Good morning, everybody. I am Sharon. I welcome you all on the official channel of Erudition Studies. At this particular session ਦੇ ਵਿੱਚ ਅਸੀਂ 15 ਤੋਂ ਲੈ ਕੇ 22 of November ਦੇ weekly current affair ਨੂੰ discuss ਕਰਾਂਗੇ, right? ਤੇ directly start ਕਰਦੇ ਹਾਂ ਇਸ session ਨੂੰ। and ਤੁਸੀਂ ਕਿਸੇ ਵੀ exam ਦੀ ਤਿਆਰੀ ਕਰ ਰਹੇ ਹੋ ਪੰਜਾਬ ਦੇ ਜਾਂ ਇੰਡੀਆ ਦੇ, ਹਰ ਇੱਕ exam ਦੇ ਲਈ current affair ਬਹੁਤ ਹੀ ਜ਼ਿਆਦਾ important role play ਕਰਦੇ ਨੇ, ਇਸ ਲਈ ਇਹ ਵਾਲੇ sessions ਨੂੰ ਹਮੇਸ਼ਾ ਹੀ ਧਿਆਨ ਨਾਲ ਦੇਖਿਆ ਕਰੋ, ਠੀਕ ਹੈ? ਤੇ ਜਿੰਨੇ ਵੀ ਆਪਾਂ ਕੁਐਸਚਨ ਨੂੰ ਡਿਸਕਸ ਕਰਦੇ ਹਾਂ ਉਸ ਦੇ ਵਿੱਚ ਅਸੀਂ ਜਿੰਨੇ ਵੀ ਐਕਸਟਰਾ ਫੈਕਟਸ ਹੁੰਦੇ ਆ ਨਾ ਉਹ ਵੀ ਡਿਸਕਸ ਕਰੀਦੇ ਆ ਸੋ ਦੈਟ ਕਿ ਪੇਪਰ ਦੇ ਵਿੱਚ ਐਗਜ਼ਾਮੀਨਰ ਜੋ ਹੈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਟ ਕਰ ਲੇ ਬਟ ਤੁਸੀਂ ਏਬਲ ਹੁੰਦੇ ਹੋ ਕਿ ਤੁਸੀਂ ਉਸ ਦਾ ਆਨਸਰ ਕਰ ਪਾਓ, ਠੀਕ ਹੈ? ਤਾਂ ਇਸ ਲਈ ਇਹ ਵਾਲੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਕਰੰਟ ਅਫੇਅਰ ਦੀਆਂ ਬਿਨਾਂ ਸਕਿਪ ਕੀਤੇ ਦੇਖਣੀਆਂ, ਠੀਕ ਹੈ? ਔਰ ਜਿਹੜੇ ਸਟੂਡੈਂਟਸ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਕਰੰਟ ਅਫੇਅਰਸ ਤਾਂ ਮਿਲਦੇ ਹੀ ਆ ਵੀਕਲੀ, ਇਸ ਦੇ ਨਾਲ ਜਨਰਲ ਸਟੱਡੀਜ਼ ਨੂੰ ਵੀ ਅਸੀਂ ਕਵਰ ਕਰਦੇ ਹਾਂ। ਐਟ ਪ੍ਰੈਜ਼ੈਂਟ ਅਸੀਂ ਮਾਡਰਨ ਹਿਸਟਰੀ ਦਾ ਕ੍ਰੈਸ਼ ਕੋਰਸ ਸਟਾਰਟ ਕੀਤਾ ਹੋਇਆ ਹੈ। ਤੁਸੀਂ ਕਿਸੇ ਵੀ ਜਗ੍ਹਾ ਤੋਂ ਪੜ੍ਹੇ ਹੋ ਇੱਕ ਵਾਰ ਇਹ ਵਾਲੇ ਮਾਡਰਨ ਹਿਸਟਰੀ ਦੇ ਲੈਕਚਰ ਜ਼ਰੂਰ ਲਗਾ ਕੇ ਦੇਖਣਾ, ਤੁਹਾਨੂੰ ਕੁਛ ਨਾ ਕੁਛ ਨਵਾਂ ਜ਼ਰੂਰ ਸਿੱਖਣ ਨੂੰ ਮਿਲੇਗਾ, ਠੀਕ ਹੈ? ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਵਾਲੇ ਸੈਸ਼ਨਸ ਅੱਛੇ ਹੈਗੇ ਆ ਤਾਂ ਹੀ ਉਹਨੂੰ ਫੋਲੋ ਕਰਨਾ, ਅਦਰਵਾਈਜ਼ ਨਹੀਂ, ਆਲਰਾਈਟ? ਔਰ ਅਗਰ ਤੁਹਾਨੂੰ ਸੈਸ਼ਨ ਅੱਛਾ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਆਲਰਾਈਟ? ਤਾਂ ਸਟਾਰਟ ਕਰਦੇ ਹਾਂ ਫਿਰ ਅੱਜ ਦੇ ਡਾਇਰੈਕਟਲੀ ਫਸਟ ਕੁਐਸਚਨ ਤੋਂ। ਇਹ ਵਾਲਾ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਔਰ ਤੁਹਾਨੂੰ ਕਿਸੇ ਐਗਜ਼ਾਮ ਦੇ ਵਿੱਚ ਇਹ ਵਾਲੇ ਕੁਐਸਚਨ ਤਾਂ ਮਿਲਨੇ ਹੀ ਮਿਲਨੇ ਆ। ਨੈਸ਼ਨਲ ਸਪੋਰਟਸ ਅਵਾਰਡ ਸਾਡਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਵੈਂਟ ਹੁੰਦਾ, ਠੀਕ ਹੈ, ਇੰਡੀਆ ਦੇ ਵਿੱਚ। ਤਾਂ ਇੱਥੇ ਪੁੱਛਿਆ ਜਾ ਰਿਹਾ ਹੈ ਵਿਚ ਮਿਨਿਸਟਰੀ ਹੈਜ਼ ਅਨਾਊਂਸਡ ਦ ਨੈਸ਼ਨਲ ਸਪੋਰਟਸ ਅਵਾਰਡ 2021। ਤਾਂ 2021 ਦੇ ਜਿਹੜੇ ਇੰਡੀਆ ਦੇ ਨੈਸ਼ਨਲ ਸਪੋਰਟਸ ਅਵਾਰਡ ਅਨਾਊਂਸ ਹੋਏ ਆ ਇਹਨਾਂ ਨੂੰ ਕਿਹੜੀ ਮਿਨਿਸਟਰੀ ਨੇ ਅਨਾਊਂਸ ਕੀਤਾ? ਤਾਂ ਇਸ ਦਾ ਆਨਸਰ ਹੈ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ, ਰਾਈਟ? ਤੇ ਜਿਹੜੇ ਨੈਸ਼ਨਲ ਸਪੋਰਟਸ ਅਵਾਰਡ ਹੁੰਦੇ ਆ ਹਰ ਸਾਲ ਦਿੱਤੇ ਕਿਸ ਵੱਲੋਂ ਜਾਂਦੇ ਆ? ਤਾਂ ਇਹ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਵੱਲੋਂ ਦਿੱਤੇ ਜਾਂਦੇ ਨੇ ਔਰ ਐਟ ਪ੍ਰੈਜ਼ੈਂਟ ਸਾਡੇ ਪ੍ਰੈਜ਼ੀਡੈਂਟ ਕੌਣ ਹੈਗੇ ਆ? ਮਿਸਟਰ ਰਾਮਨਾਥ ਕੋਵਿੰਦ। ਤਾਂ ਉਹਨਾਂ ਨੇ ਇਹ ਵਾਲੇ ਅਵਾਰਡ ਦਿੱਤੇ, ਰਾਈਟ? ਔਰ ਇਹ ਹਰ ਸਾਲ ਮਿਲਦੇ ਆ। ਦੇਖੋ ਇੱਥੇ ਅਸੀਂ ਗੱਲ ਕਰ ਰਹੇ ਹਾਂ ਨੈਸ਼ਨਲ ਸਪੋਰਟਸ ਅਵਾਰਡ ਦੀ, ਰਾਈਟ? ਜਦੋਂ ਤੁਸੀਂ ਨੈਸ਼ਨਲ ਸਪੋਰਟਸ ਅਵਾਰਡ ਦੇਖੋਗੇ ਤਾਂ ਇੱਕ ਕਲੈਕਟਿਵ ਨੇਮ ਹੈ, ਰਾਈਟ? ਇਹਦੇ ਵਿੱਚ ਟੋਟਲ ਨਾ 6 ਸਪੋਰਟਸ ਅਵਾਰਡ ਆਉਂਦੇ ਨੇ, ਸਮਝ ਗਏ? ਔਰ ਇਹਨੂੰ ਐਨੂਅਲੀ ਦਿੱਤਾ ਜਾਂਦਾ ਆ, ਇਹ ਅਸੀਂ ਪਹਿਲਾਂ ਹੀ ਕਰਨੇ ਆ, ਪ੍ਰੈਜ਼ੀਡੈਂਟ ਆਫ ਇੰਡੀਆ ਦਿੰਦੇ ਨੇ, ਹੈ ਨਾ? ਓਕੇ, ਯੂਜੂਅਲੀ ਅਗਰ ਤੁਸੀਂ ਦੇਖੋਗੇ ਤਾਂ ਇਹ ਕਿਹੜੀ ਜਗ੍ਹਾ ਦੇ ਉੱਪਰ ਸੈਰੇਮਨੀ ਇਹਦੀ ਹੁੰਦੀ ਹੈ? ਤੇ ਪ੍ਰੈਜ਼ੀਡੈਂਸ਼ੀਅਲ ਪੈਲੇਸ ਦੇ ਵਿੱਚ ਹੀ ਇਹਦੀ ਸੈਰੇਮਨੀ ਹੁੰਦੀ ਹੈ। 29 ਅਗਸਤ ਨੂੰ ਯੂਜੂਅਲੀ ਦਿੱਤੇ ਜਾਂਦੇ ਆ, ਰਾਈਟ? ਔਰ 2004 ਤੋਂ ਹੀ ਤੈਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ ਦਿੱਤਾ ਜਾਣ ਲੱਗ ਗਿਆ ਸੀਗਾ, ਓਕੇ? ਔਰ ਅਗਰ ਤੁਸੀਂ ਗੱਲ ਕਰਦੇ ਹੋ ਇਸ ਦੇ ਵਿੱਚ ਹੋਰ ਕਿਹੜੇ ਅਵਾਰਡ ਸ਼ਾਮਿਲ ਹੁੰਦੇ ਆ ਤਾਂ ਇੱਥੇ ਮੈਂ ਤੁਹਾਨੂੰ ਸਾਰੀ ਲਿਸਟ ਦੇ ਰੱਖੀ ਹੈ, ਜਿਸ ਤਰ੍ਹਾਂ ਕਿ ਇਹ ਤੁਹਾਨੂੰ ਮਿਲਣਗੇ ਮੇਜਰ ਧਿਆਨ ਚੰਦ ਅਵਾਰਡ, ਰਾਈਟ? ਤੇ ਜਦੋਂ ਤੁਸੀਂ ਗੱਲ ਕਰੋਗੇ ਮੇਜਰ ਧਿਆਨ ਚੰਦ ਅਵਾਰਡ ਦੀ ਤਾਂ ਇਸ ਦੇ ਵਿੱਚ ਇਹ ਸਾਰੇ ਹੀ ਪਰਸਨ ਤੁਹਾਡੇ ਲਈ ਇੰਪੋਰਟੈਂਟ ਰਹਿਣਗੇ ਜਿਨ੍ਹਾਂ ਨੂੰ ਕਿ ਅਵਾਰਡਸ ਮਿਲੇ ਆ, ਓਕੇ? ਬਟ ਇਹਨਾਂ ਵਿੱਚੋਂ ਕੁਝ ਐਦਾਂ ਦੇ ਪਰਸਨ ਹੈਗੇ ਨੇ ਜਿਹੜੇ ਕਿ ਇਸ ਵਾਰੀ ਓਲੰਪਿਕਸ ਦੇ ਵਿੱਚ ਗਏ ਸੀ, ਰਾਈਟ? ਜਿਸ ਤਰ੍ਹਾਂ ਕਿ ਨੀਰਜ ਚੋਪੜਾ, ਹੈ ਨਾ? ਅਗਰ ਤੁਸੀਂ ਨੀਰਜ ਚੋਪੜਾ ਦੀ ਗੱਲ ਕਰਦੇ ਹੋ ਤਾਂ ਇਹ ਕਿਹੜੀ ਗੇਮ ਨਾਲ ਬਿਲੋਂਗ ਕਰਦੇ ਨੇ? ਇਹ ਬਿਲੋਂਗ ਕਰਦੇ ਹੈਗੇ ਆ ਜੈਵਲਿਨ ਥਰੋ ਨਾਲ, ਰਾਈਟ? ਔਰ ਇਹ ਪਹਿਲੇ ਐਦਾਂ ਦੇ ਇੰਡੀਅਨ ਬਣੇ ਸੀ ਜਿਨ੍ਹਾਂ ਨੇ ਇੰਡੀਆ ਦੇ ਲਈ ਫੀਲਡ ਇਵੈਂਟ ਦੇ ਵਿੱਚ ਓਲੰਪਿਕਸ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ, ਰਾਈਟ? ਇਹਨਾਂ ਦਾ ਨਾਮ ਤੁਹਾਡੇ ਲਈ ਵੈਸੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਓਕੇ? 7 ਜੁਲਾਈ ਨੂੰ ਇਹਨਾਂ ਨੇ ਇਹ ਵਾਲਾ ਕੀਰਤੀਮਾਨ ਸਥਾਪਿਤ ਕੀਤਾ ਸੀ ਜਦੋਂ 골ਡ ਲਿਆ। ਇਸੇ ਕਰਕੇ 7 ਜੁਲਾਈ ਨੂੰ ਹੁਣ ਕੀ ਮਨਾਇਆ ਜਾਇਆ ਕਰੇਗਾ? ਨੈਸ਼ਨਲ ਜੈਵਲਿਨ ਥਰੋ ਡੇ, ਓਕੇ? ਇਸੇ ਤਰ੍ਹਾਂ ਰਵੀ ਕੁਮਾਰ, ਦੈਨ ਲਵਲੀਨਾ, ਸ੍ਰੀਜੇਸ਼ ਲਖਾਰਾ, ਸੁਮਿਤ ਅੰਤਿਲ, ਓਕੇ? ਗੱਲ ਕਰਾਂ ਤੇ ਸਾਰੀ ਦੀ ਸਾਰੀ ਹੀ ਲਿਸਟ ਜੋ ਹੈ ਇਹ ਤੁਹਾਨੂੰ 99.9% ਉਹ ਵਾਲੇ ਪਰਸਨਸ ਦੀ ਮਿਲੂਗੀ ਜਿਹੜੇ ਇਸ ਵਾਰ ਓਲੰਪਿਕਸ ਦੇ ਵਿੱਚ ਗਏ ਸੀ ਔਰ ਸਾਡੇ ਦੇਸ਼ ਦਾ ਜੋ ਨਾਮ ਹੈ ਰੋਸ਼ਨ ਕਰਕੇ ਆਇਆ, ਓਕੇ? ਹੁਣ ਅਸੀਂ ਇੱਥੇ ਸਾਰਾ ਓਲੰਪਿਕਸ ਦਾ ਡਿਸਕਸ ਨਹੀਂ ਕਰ ਸਕਦੇ, ਹੈ ਨਾ? ਅਗਰ ਤੁਸੀਂ ਓਲੰਪਿਕਸ ਦੀ ਵੀਡੀਓ ਦੇਖਣੀ ਹੋਏ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦੂੰਗੀ। ਉਸ ਦੇ ਵਿੱਚ ਤੁਹਾਨੂੰ ਓਲੰਪਿਕਸ ਐਂਡ ਪੈਰਾ ਓਲੰਪਿਕਸ ਦੇ ਉੱਪਰ 4 ਵੀਡੀਓਜ਼ ਮਿਲੀਆਂ ਹੋਈਆਂ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓਜ਼ ਹੈ, ਕਾਫੀ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਹੈ। ਔਰ ਓਲੰਪਿਕ ਐਂਡ ਪੈਰਾ ਓਲੰਪਿਕ ਦੇ ਵਿੱਚ ਅਗਰ ਕੋਈ ਵੀ ਕੁਐਸਚਨ ਆਇਆ ਤਾਂ ਉਹਨਾਂ ਵੀਡੀਓਜ਼ ਤੋਂ ਬਾਹਰ ਨਹੀਂ ਜਾਊਗਾ, ਠੀਕ ਹੈ? ਤਾਂ ਤੁਸੀਂ ਇਹ ਵਾਲੀ ਸਾਰੀ ਦੀ ਸਾਰੀ ਲਿਸਟ ਪੜ੍ਹ ਲੈਣੀ ਹੈ। ਇੱਥੇ ਅਰਜੁਨਾ ਅਵਾਰਡ ਦਿੱਤੇ ਹੈ, ਆਫਟਰ ਦੈਟ द्रोणाचार्य ਅਵਾਰਡਸ ਲਾਈਫ ਟਾਈਮ ਕੈਟੇਗਰੀ, द्रोणाचार्य ਅਵਾਰਡ ਰੈਗੂਲਰ ਕੈਟੇਗਰੀ, ਠੀਕ ਹੈ? ਤਾਂ ਇਹ ਸਾਰੇ ਦੇ ਸਾਰੇ ਅਵਾਰਡ ਤੁਸੀਂ ਬਾਅਦ ਦੇ ਵਿੱਚ ਪੜ੍ਹ ਲੈਣੇ ਨੇ, ਓਕੇ? ਠੀਕ ਹੈ, ਤਾਂ ਹੁਣ ਅਗਲਾ ਸਟਾਰਟ ਕਰਦੇ ਹਾਂ ਕੁਐਸਚਨ ਜੀ। ਵਿਚ ਯੂਨੀਵਰਸਿਟੀ ਹੈਜ਼ ਗੋਟ ਮੌਲਾਨਾ ਅਬੁਲ ਕਲਾਮ ਆਜ਼ਾਦ यानी माका ट्रॉफी 2021?
अनदर इंपॉर्टेंट क्वेश्चन और पंजाब के एग्जाम के लिए तो बहुत ही ज़्यादा इंपॉर्टेंट रहूगा बिकॉज ये वाला अवार्ड इस बार पंजाब यूनिवर्सिटी चंडीगढ़ नूं ही मिलिया, ठीक है। तो इसलिए इसका याद तुसी रखोगे पंजाब यूनिवर्सिटी चंडीगढ़ 2021 का मौलाना अबुल कलाम आज़ाद अवार्ड मिलिया। अगर असी पंजाब यूनिवर्सिटी की गल करते हैं तो इसका पहला नाम पंजाब यूनिवर्सिटी नहीं हुंदा सी, ठीक है। इसका नाम हुंदा सी द यूनिवर्सिटी ऑफ पंजाब, ठीक है। एस्टैबलिश कदों हुई सी 1882 दे विच एस्टैबलिश हुई, किहड़ी जगह ते तो तुहानूं पता है उस टाइम ते इंडिया आज़ाद नहीं है ना, तो लाहौर दे विच हुई, ठीक है, पंजाब सूबे च। आफ्टर दैट जदों पार्टीशन हो गई तो फिर जिहड़ी ये द यूनिवर्सिटी ऑफ पंजाब सी ना, ये दो इंस्टीट्यूशन दे विच वंडी गई है ना, एक रह गया इंडिया दे विच और एक चला गया पाकिस्तान दे विच। अगर तुसी इंडिया की गल करदे हो तो पहला ये वाली यूनिवर्सिटी ना शिमला दे विच सीगी, ठीक है। उस टाइम भी एदा नाम पंजाब यूनिवर्सिटी नहीं सी, उदों इहनूं किहड़े नाम तो जांदे सी जी, ईस्ट पंजाब यूनिवर्सिटी तो, ठीक है, शिमला दे विच। ते बाद दे विच एदा नाम बदल के की रख दिता गया पंजाब यूनिवर्सिटी एंड इहनूं फिर चंडीगढ़ दे विच लिआंदा गया कदों जी 1 अक्टूबर 1947 नूं, ठीक है। ते जिहड़े इंडिया दे वाइस प्रेसिडेंट हुंदे आ ना ਉਹੀ पंजाब यूनिवर्सिटी के चांसलर भी हुंदे ने, ठीक है। ये वो सारे फैक्ट है जिहड़े कि मैं तुहानूं हुणे दस्से हैं। ऑल राइट, नैक्सट क्वेश्चन देखो जी, हु हैज़ बीन अवॉर्डेड फिल्म पर्सनैलिटी ऑफ द ईयर एट इफी। तो इत्थे पुछया जा रहा है साडे कोलों कि इस साल जिहड़े अवार्ड दिते गए हैगे इफी, इन्हां दे विच किस परसन नूं फिल्म पर्सनैलिटीज़ ऑफ द ईयर अवार्ड चुनिया गया। तो ये दोनों ही हो जाएंगे, हेमा मालिनी एंड प्रसून जोशी, ठीक है। तो तुहानूं पता ही है जिहड़े प्रसून जोशी हैगे ने और जिहड़े हेमा मालिनी है, ये दोनों अदरवाइज भी सिर्फ आपां गल करिए एक्टर एक्ट्रेस की गल नहीं कर रहे या फिल्म इंडस्ट्री की गल नहीं कर रहे, अदरवाइज भी ये बाकी फील्ड दे विच भी काफ़ी ज़्यादा नाम लै चुके हैं। लाइक जिद्दां हेमा मालिनी है, ये एक्टर भी हैगे हैं और ये बीजेपी के लीडर भी ने, राइट, यानी कि पॉलिटिशियन भी ने इन्हां ने। और जिहड़े प्रसून जोशी है ये कौन है जी, ये हैगे लिरिसिस्ट, राइट। इन्हां नूं अवार्ड मिलिया इस बार इंडियन फिल्म पर्सनैलिटी ऑफ द ईयर। इत्थे पुछया जा रहा है इफी के बारे, राइट। तो इफी की अगर तुसीं फुल फॉर्म देखोगे तो ये हुंदी है इंटरनैशनल फिल्म फैसटिवल ऑफ इंडिया, ठीक है, 2021। और ये इस बार कदों करवाया गया जी, ये 2021 दे विच सॉरी कित्थे करवाया गया, तो इसनूं गोवा दे विच करवाया गया। यूजली अगर तुसीं देखोगे तो ये हर बारी ही गोवा दे विच ही करवाया जाता है, ठीक है। तो इहदे विच इन्हां नूं जिहड़े अवार्ड दिते गए हैं क्योंकि इन्होंने इंडियन सिनेमा दे विच जिहड़ा कॉन्ट्रीब्यूट किया उसके लिए मिले ने। हेमा मालिनी मथुरा तो 2 टाइम्स तक MP रह चुके हैं। तो जे तुसीं प्रसून जोशी की गल करोगे तो 2017 दे विच इन्हां नूं सेंट्रल बोर्ड ऑफ फिल्म सर्टिफिकेशन दे विच ना एज चेयरपर्सन भी अपॉइंट किया गया सी। ईवन मिस्टर जोशी ने ही प्राइम मिनिस्टर मोदी दे लिए एक कैंपेन सॉन्ग भी किया सी, ठीक है। कदों लिखिया सी जी 2014 दे विच जदों मिस्टर नरेंद्र मोदी नूं एज ए प्राइम मिनिस्टर कैंडीडेट अनाउंस किया सी ना बीजेपी ने एट दैट टाइम, ठीक है। उदों इन्हां ने कैंपेन सॉन्ग लिखिया सी प्रसून जोशी जी ने किन्हां दे लई, प्राइम मिनिस्टर नरेंद्र मोदी लई, ठीक है। हुण आपां इत्थे देख लैंदे आ रिसेंटली कुछ अवार्ड जिहड़े मिले होणगे। पहला गल करते हैं नैशनल बुक अवार्ड 2021, तो ये मिले जी जैसन मोट नूं। ऑल राइट, इन्हां दी बुक किहड़ी है, देखो जदों भी कोई बुक दे लिए अवार्ड मिलता है तो अवार्ड के नाल नाल तुहानूं ये पता होना चाहिए है कि परसन नूं किस बुक के लिए अवार्ड मिले है, ठीक है। क्योंकि डायरैक्ट पूछ सकते हैं कि हेल ऑफ अ बुक, ये बुक किन्ना ने लिखी है, तो तुसीं याद रखोगे ये जैसन मोट ने लिखी है। इस बुक दे विच है कि ਇਹਦੇ ਵਿੱਚ ना ब्लैक ऑथर दे एडवेंचर की जर्नी बारे दस्या गया है, ठीक है। और उस तो बाद ये याद रखना है कि जेडे ये वाले अवार्ड है नैशनल बुक अवार्ड, इस बारी इन्हां दा किनवा एडिशन करवाया गया, 72nd एडिशन है, ठीक है। एंड वर्चुअल इवेंट सीगा, कौन करवांदा है, नेशनल बुक फाउंडेशन वालों ये वाला जो है ये करवाया जाता है, ठीक है। एंड नॉन फिक्शन के लिए अगर तुसीं देखोगे, क्योंकि देखो जिहड़ा तां जैसन मोट है इन्हां नूं फिक्शन के लिए अवार्ड मिलिया, ठीक है। इहदे विच ही नॉन फिक्शन के लिए किन्ना नूं मिलिया, टिया माइल्स नूं, ठीक। एंड पोइट्री के लिए किन्ना नूं मिलिया, मार्टिन एस्पाडा। ये बस 3 ही याद रख लेना, इन्हां दे विचों क्वेश्चन बनना होया तो बन जाएगा, ठीक है। मार्टिन एस्पाडा, राइट, ओके। हुण देखते हैं नैक्सट अवार्ड फर्स्ट एवर। जदों भी कोई चीज़ पहली बारी होएगी तो तुहानूं पता है बहुत ही ज़्यादा ऑटोमैटिकली इंपॉर्टेंट रहिंदी है, राइट। तो पहली बारी एक अवार्ड अनाउंस किए गए ने, ठीक है।
ਕਿਹੜੇ ਵਾਲੇ ਹੈ ਜੀ ਸਾਈ ਇੰਟਰਨੈਸ਼ਨਲ ਅਵਾਰਡ ਇਹਨਾਂ ਨੂੰ ਪ੍ਰੈਜ਼ੈਂਟ ਕੀਤਾ ਯੂਥ ਅਫੇਅਰ ਐਂਡ ਸਪੋਰਟਸ ਮਿਨਿਸਟਰ अनुराग ठाकुर जी ने राइट पहली बारी दिते गए हैं ओके एंड इस दे विच तुसी की याद रखना है एंदे विच ना 246 एथलीट्स एंड कोचेस ਨੂੰ ਸਿਲੈਕਟ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਅਗਰ ਤੁਸੀਂ ਪਾਰਟਿਕੂਲਰ ਦੇਖੋਗੇ ਤਾਂ 162 ਐਥਲੀਟ ਨੇ ਜਿਨ੍ਹਾਂ ਨੂੰ ਕੇਵਲ ਅਵਾਰਡ ਮਿਲੇ ਐਂਡ 84 ਕੋਚेस ਨੂੰ ਅਵਾਰਡ ਮਿਲੇ ਨੇ ਠੀਕ ਹੈ ਔਰ ਇਸ ਵਾਰੀ ਜੋ ਅਵਾਰਡ ਦਿੱਤੇ ਗਏ ਨਾ 4 ਸਾਲਾਂ ਲਈ ਦਿੱਤੇ ਗਏ ਹੈ 2016 ਤੋਂ ਲੈ ਕੇ 2020 तक ये वाले अवार्ड जो है प्रोवाइड किए गए ठीक ना ओके नेक्स्ट देखो जी 2 दिल्ली बेस्ड ब्रदर्स विहान एंड नव अग्रवाल राइट इन्हों 17th एनुअल किड्स राइट अवार्ड मिले आ अवार्ड का नाम है इंटरनेशनल चिल्ड्रनस पीस प्राइज ओके क्यों दिता गया क्योंकि इन्होंने ना रीसाइकिल किया हाउस होल्ड वेस्ट नूं ठीक है जिस दे नाल जिहड़ा साडा इन्वायरमेंट है वो बहुत ज़्यादा क्लीन होया है राइट इसलिए और अगर तुसी गल करदे हो ये वाले अवार्ड जो हैगे ने ये दिते किन्ना ने ये दिते गए हैं कैलाश सत्यार्थी जी वालों राइट एंड विहान एंड नव जो हैगे हैं इन्होंने ना की डेवलप किया है इन्होंने डेवलप किया 1 स्टैप ग्रीनर इनिशिएटिव राइट एक स्टैप ग्रीन ਤਾਂ ਇਹਦੇ ਵਿੱਚ ਕੀ ਹੋਣਾ ਜੀ ਇਹਨਾਂ ਨੇ ਨਾ ਕੁਝ ਪਿਕਅਪ ਫੈਸਿਲਿਟੀ ਬਣਾਈ ਉਹ ਪਿਕਅਪ ਫੈਸਿਲਿਟੀ ਕੀ ਕਰੂਗੀ ਟਰੈਸ਼ ਲੈ ਕੇ ਜਾਊਗੀ 1000 ਤੋਂ ਜ਼ਿਆਦਾ ਘਰਾਂ ਤੋਂ ਸਕੂਲਸ ਤੋਂ ਆਫਿਸਿਸ ਤੋਂ ਠੀਕ ਹੈ ਜਿੰਨਾ ਵੀ ਕਚਰਾ ਹੋਏਗਾ ਉਹਨੂੰ ਇਕੱਠਾ ਕਰੇਗੀ ਰਾਈਟ ਔਰ ਉਸੇ ਬੇਸ ਦੇ ਉੱਪਰ ਹੀ ਫਿਰ ਇਹਨਾਂ ਨੂੰ ਇਸ ਵਾਰ ਇੰਟਰਨੈਸ਼ਨਲ ਚਿਲਡਰਨ ਪੀਸ ਪ੍ਰਾਈਜ਼ ਮਿਲਿਆ ਓਕੇ ਦੈਨ ਪ੍ਰਿਯੰਕਾ ਮੋਹਿਤੇ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਨਿਊਜ਼ ਦੇ ਵਿੱਚ ਰਿਹਾ ਇਸ ਵਾਰੀ ਕਰੰਟ ਅਫੇਅਰ ਵਿੱਚ ਛਾਏ ਰਹੇ ਨੇ ਠੀਕ ਹੈ ਇਹਨਾਂ ਨੂੰ किस लिए सिलेक्ट किया गया 2020 दे टेंजिंग नॉर्गे नैशनल एडवेंचर अवार्ड दे लिए ठीक है ये हैगे कौन है ये माउंटेनियर हैगे यानी कि पर्वतारोही ने ठीक है और इन्होंने बहुत ही ज़्यादा कंट्रीब्यूट किया आउटस्टैंडिंग कंट्रीब्यूशन की लैंड एडवेंचर दे विच इसलिए इन्हों टेंजिंग नॉर्वे नैशनल एडवेंचर अवार्ड दे नाल सन्मानित किया गया इन्होंने दुनिया की सब तो उच्ची चोटी माउंट एवरेस्ट इसनूं भी सर किया होया दैन माउंट मैकालू ने भी इन्होंने सर किया होया होर तो होर इन्होंने माउंट लोटसे नूं भी जो है स्केल किया होया ठीक है और इस बारी जदों न्यूज़ में आए सी तो ये पहले इदां दे इंडियन विमेन बने जिन्हां ने कि माउंट अन्नपूर्णा नूं भी स्केल कर लिया ठीक है और ये भी एक क्वेश्चन तुहाडे लई बन जाना है और अगर तुसीं माउंट अन्नपूर्णा की गल करोगे तो इहदा स्थान हाईएस्ट माउंटेन्स दे विच ना 10th नंबर के उपर आंदा है ठीक है नैक्सट क्वेश्चन देखो जी Which country has become world's largest recipient of remittances? ਤਾਂ ਇੱਥੇ ਪੁੱਛਿਆ ਜਾ ਰਿਹਾ ਹੈ ਉਸ ਦੇਸ਼ ਦਾ ਨਾਮ ਦੱਸੋ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੈਮਿਟੈਂਸ ਮਿਲੇ ਨੇ ਠੀਕ ਹੈ ਤਾਂ ਇਹ ਸਾਡਾ ਹੀ ਦੇਸ਼ ਹੈਗਾ ਆ ਇੰਡੀਆ ਆਲਰਾਈਟ ਔਰ ਇਹ ਜਿਹੜੀ ਰਿਪੋਰਟ ਹੈ ਕਿਸਨੇ ਪੇਸ਼ ਕੀਤੀ ਹੈ ਵਰਲਡ ਬੈਂਕ ਨੇ ਇਹ ਰਿਪੋਰਟ ਦਿੱਤੀ ਹੈ ਰਿਪੋਰਟ ਦਾ ਇਹਨਾਂ ਨੇ ਟਾਈਟਲ ਰੱਖਿਆ ਵਰਲਡ ਬੈਂਕਸ ਰੈਮਿਟੈਂਸ ਪ੍ਰਾਈਸਿਸ ਵਰਲਡ ਵਾਈਡ ਡਾਟਾਬੇਸ ਠੀਕ ਹੈ और ਇਹਦੇ ਵਿੱਚ ਕੀ ਬੋਲਿਆ ਗਿਆ ਕਿ ਇੰਡੀਆ ਨੂੰ ਨਾ 87 ਬਿਲੀਅਨ USD ਡਾਲਰ ਠੀਕ ਹੈ 2021 ਦੇ ਵਿੱਚ ਇੰਨਾ ਰੈਮਿਟੈਂਸ ਮਿਲ ਗਿਆ ਸੀਗਾ ਔਰ ਸਭ ਤੋਂ ਜ਼ਿਆਦਾ ਸਾਨੂੰ ਰੈਮਿਟੈਂਸ ਕਿਹੜੀ ਕੰਟਰੀ ਨੇ ਦਿੱਤਾ ਤਾਂ ਉਸ ਦਾ ਸੋਰਸ ਰਿਹਾ US ਰਾਈਟ US ਨੇ ਇੰਡੀਆ ਦੇ ਟੋਟਲ ਰੈਮਿਟੈਂਸ ਦੇ ਵਿੱਚ ਕਰੀਬਨ 20% ਜੋ ਫੰਡ ਹੈ ਇਹ US ਨੇ ਦਿੱਤੇ ਨੇ ਠੀਕ ਹੈ ਇੰਡੀਆ ਤੋਂ ਬਾਅਦ ਦੂਸਰੇ ਨੰਬਰ ਦੇ ਉੱਪਰ ਕਿਹੜੀ ਕੰਟਰੀ ਦਾ ਨਾਮ ਆਇਆ ਚਾਈਨਾ ਐਂਡ थर्ड ਤੇ ਹੈਗੀ ਹੈ मैक्सिको ऑलराइट दैन फिलीपीन्स एंड इजिप्ट का नाम आ जाएगा टॉप 5 कंट्रीज ਦੇ ਵਿੱਚ और अगर तुसी 2022 ਦੀ ਗੱਲ ਕਰਦੇ ਹੋ ਨਾ ਤਾਂ ਇਸ ਦੇ ਵਿੱਚ ਜਿਹੜਾ ਸਾਡਾ ਰੈਮਿਟੈਂਸ ਹੈ ਇਹ ਅਸੀਂ ਬੋਲਿਆ ਕਿੰਨੀ ਤੱਕ ਲੈ ਕੇ ਜਾਣਾ ਆ 89.6 ਬਿਲੀਅਨ USD ਡਾਲਰ ਤੱਕ ਲੈ ਕੇ ਚਲੇ ਜਾਣਾ ऑलराइट एंड जो वर्ल्ड बैंक है इस दी ते गल हो रही है क्योंकि रिपोर्ट इन्होंने पेश की गई है तो वर्ल्ड बैंक जो है इसनूं कदों फाउंड किया गया जुलाई 1944 ਦੇ ਵਿੱਚ ਹੈਡਕੁਆਟਰ ਤੁਹਾਨੂੰ ਮਿਲੇਗਾ ਵਾਸ਼ਿੰਗਟਨ DC ਦੇ ਵਿੱਚ ਪ੍ਰੈਜ਼ੀਡੈਂਟ ਹੈਗੇ ਆ ਡੇਵਿਡ ਰੋਬਰਟ ਮਾਲਪਾਸ ਠੀਕ ਓਕੇ ਹੁਣ ਦੇਖਦੇ ਹਾਂ ਕੁਝ ਇੰਟਰਨੈਸ਼ਨਲ ਨਿਊਜ਼ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ ਐਂਡ ਵਰਲਡ ਬੈਂਕ ਇਹਨਾਂ ਨੇ ਲਾਂਚ ਕੀਤਾ ਕਿਹੜੀ ਚੀਜ਼ ਨੂੰ ਵੀ ਪਾਵਰ ਇੰਡੀਆ ਪਾਰਟਨਰਸ਼ਿਪ ਫੋਰਮ ਓਕੇ ਸਾਊਥ ਏਸ਼ੀਆ ਦੀਆਂ ਜਿਹੜੀਆਂ ਵਿਮਨ ਹੈ ਔਰਤਾਂ ਸਪੈਸ਼ਲੀ ਉਹਨਾਂ ਦੇ ਸਟਾਰਟ ਕੀਤਾ ਗਿਆ ਉਹਨਾਂ ਨੂੰ ਕੀ ਕਰਦੇ ਪਏ ਨੇ ਇਹ ਬੋਲ ਰਹੇ ਕਿ ਪਾਵਰ ਸੈਕਟਰ ਦੇ ਵਿੱਚ ਨਾ ਅਸੀਂ ਵਿਮਨ ਦੀ ਜਿਹੜੀ ਭਾਗੀਦਾਰੀ ਹੈ ਇਸ ਨੂੰ ਬੂਸਟ ਕਰਨਾ ਹੈ ਰਾਈਟ ਔਰ ਇਹਦੇ ਅੰਡਰ ਹੀ ਇੰਡੀਆ ਦੇ ਕਲੀਨ એનર્ਜੀ ਸੈਕਟਰ ਦੇ ਵਿੱਚ
ਵਿਮਨ ਦੇ ਲਈ ਜੌਬ ਅਪੋਰਚੁਨਿਟੀਜ਼ ਨੂੰ ਵੀ ਐਕਸਪੈਂਡ ਕਰਨ ਦੇ ਲਈ ਇੱਕ ਪੈਨਲ ਡਿਸਕਸ਼ਨ ਵੀ ਕੀਤੀ ਗਈ, ਠੀਕ ਹੈ। ਅਗਰ ਤੁਸੀਂ ਇਨੀਸ਼ੀਅਲੀ ਦੇਖੋਗੇ ਤਾਂ ਪਾਵਰ ਨੂੰ 2019 ਦੇ ਵਿੱਚ ਲਾਂਚ ਕੀਤਾ ਗਿਆ ਸੀ, ਵੀ ਪਾਵਰ ਨੂੰ, ਰਾਈਟ। ਤੇ ਇਹਦੇ ਵਿੱਚ ਇਹਨਾਂ ਮੋਟਿਵ ਸੀਗਾ ਕਿ ਇਲੈਕਟ੍ਰਿਸਿਟੀ ਦੇ ਖੇਤਰ ਦੇ ਵਿੱਚ ਜਿਹੜੀ ਜੈਂਡਰ ਇਕੁਐਲਿਟੀ ਹੈ ਉਸ ਨੂੰ ਅਸੀਂ ਲੈ ਕੇ ਆਉਣਾ ਹੈ, ਠੀਕ ਹੈ। ਆਫਟਰ ਦੈਟ ਵਰਲਡ ਬੈਂਕ ਨੇ ਇੱਕ ਰਿਪੋਰਟ ਰਿਲੀਜ਼ ਕੀਤੀ, ਦ ਚੇਂਜਿੰਗ ਵੈਲਥ ਆਫ ਨੇਸ਼ਨਸ 2021, ਠੀਕ ਹੈ। ਇਹਦੇ ਵਿੱਚ ਕੀ ਹੈ ਜੀ, 에ਅਰ ਪੋਲਿਊਸ਼ਨ ਦੇ ਕਰਕੇ ਸਾਊਥ ਏਸ਼ੀਆ ਦਾ ਜਿੰਨਾ ਵੀ ਰੀਜਨ ਹੈ ਨਾ, ਇਹਦੇ ਵਿੱਚ ਇਹਨਾਂ ਨੇ ਸਭ ਤੋਂ ਜ਼ਿਆਦਾ ਹਿਊਮਨ ਕੈਪੀਟਲ ਨੂੰ ਗਵਾਇਆ, ਠੀਕ ਹੈ। ਇਹਨਾਂ ਨੇ ਬੋਲਿਆ ਸਾਊਥ ਏਸ਼ੀਆ ਦਾ ਰੀਜਨ ਜੋ ਹੈ ਨਾ, ਇਹਨੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਗਵਾ ਦਿੱਤਾ ਸਿਰਫ ਔਰ ਸਿਰਫ 에ਅਰ ਪੋਲਿਊਸ਼ਨ ਕਰਕੇ, ਠੀਕ ਹੈ। ਤੇ ਜਿਹੜੀ ਦ ਚੇਂਜਿੰਗ ਵੈਲਥ ਆਫ ਨੇਸ਼ਨਸ ਹੈ, ਇਹਦੇ ਵਿੱਚ ਕਿੰਨੀਆਂ ਕੰਟਰੀਜ਼ ਨੂੰ ਸ਼ਾਮਿਲ ਕੀਤਾ ਗਿਆ, 146 ਕੰਟਰੀਜ਼ ਨੂੰ ਮੈਜ਼ਰ ਕੀਤਾ ਗਿਆ ਸੀ, ਰਾਈਟ। ਔਰ ਇੰਡੀਆ ਦਾ ਵੀ ਜੋ ਜਗ੍ਹਾ ਹੈ ਕੋਈ ਖਾਸ ਨਹੀਂ ਹੈ, ਔਰ ਤੁਹਾਨੂੰ ਪਤਾ ਹੈ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਲਿਊਸ਼ਨ ਹੈ, ਔਰ ਇਹਦੇ ਲਈ ਵੀ ਇਹਨਾਂ ਨੇ ਬੋਲਿਆ ਕਿ ਦਿੱਲੀ ਦਾ ਪੋਲਿਊਸ਼ਨ ਘੱਟ ਕਰਨਾ ਐਟ ਪ੍ਰੈਜ਼ੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ, ਓਕੇ। ਦੈਨ ਵਰਲਡ ਬੈਂਕ ਗਰੁੱਪ ਟੂ ਸਟਾਪ ਪਬਲਿਸ਼ਿੰਗ ਡੂਇੰਗ ਬਿਜ਼ਨਸ ਰਿਪੋਰਟ, ਇਹ ਬਹੁਤ 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 ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਜੋ ਵਰਲਡ ਬੈਂਕ ਹੈ ਇਹਨਾਂ ਨੇ ਆਪਣੀ ਇੱਕ ਰਿਪੋਰਟ ਪੇਸ਼ ਕਰਦੇ ਹੁੰਦੇ ਸੀ ਡੂਇੰਗ ਬਿਜ਼ਨਸ, ਠੀਕ ਹੈ। ਹੁਣ ਇਹਨਾਂ ਨੇ ਕੀ ਕਰ ਦਿੱਤਾ, ਡੂਇੰਗ ਬਿਜ਼ਨਸ ਦੀ ਰਿਪੋਰਟ ਨੂੰ ਬੰਦ ਹੀ ਕਰ ਦਿੱਤਾ ਹੈ, ਠੀਕ ਹੈ, ਕਿਉਂਕਿ ਇਹਨਾਂ ਦੇ ਉੱਪਰ ਨਾ ਇਰੈਗੂਲੈਰਿਟੀਜ਼ ਦੇ ਐਲੀਗੇਸ਼ਨਸ ਲੱਗੇ ਹੈ। ਇਹ ਕਿਹਾ ਗਿਆ ਕਿ ਜਿਹੜੀ ਰਿਪੋਰਟ ਇਹਨਾਂ ਨੇ 2017 ਦੇ ਵਿੱਚ ਬਣਾਈ ਸੀ ਨਾ, ਉਸ ਦੇ ਵਿੱਚ ਚਾਈਨਾ ਦੀ ਰੈਂਕਿੰਗ ਨੂੰ ਇਹਨਾਂ ਨੇ ਗਲਤ ਵੇ ਦੇ ਨਾਲ ਬੂਸਟ ਕੀਤਾ, ਰਾਈਟ। ਇਸ ਲਈ ਫਿਰ ਵਰਲਡ ਬੈਂਕ ਨੇ ਬੋਲਿਆ ਕਿ ਹੁਣ ਅਸੀਂ ਡੂਇੰਗ ਬਿਜ਼ਨਸ ਦੀ ਰਿਪੋਰਟ ਨੂੰ ਸ਼ਾਮਿਲ ਹੀ ਨਹੀਂ ਕਰਾਂਗੇ, ਬਟ ਅਸੀਂ ਫਿਊਚਰ ਦੇ ਵਿੱਚ ਇਸ ਦਾ ਕੋਈ ਨਾ ਕੋਈ ਹੋਰ ਆਲਟਰਨੇਟਿਵ ਲੈ ਕੇ ਆਵਾਂਗੇ, ਰਾਈਟ। ਆਫਟਰ ਦੈਟ ਵਰਲਡ ਬੈਂਕ ਸਟਾਪਡ ਫੰਡਿੰਗ ਆਫ ਪ੍ਰੋਜੈਕਟਸ ਇਨ ਅਫਗਾਨਿਸਤਾਨ, ਤਾਂ ਅਫਗਾਨਿਸਤਾਨ ਦੇ ਵਿੱਚ ਜਿੰਨੀ ਵੀ ਫੰਡਿੰਗ ਵਰਲਡ ਬੈਂਕ ਵੱਲੋਂ ਕੀਤੀ ਜਾਂਦੀ ਸੀ ਹੁਣ ਇਸਨੇ ਸਟਾਪ ਕਰ ਦਿੱਤੀ ਹੈ ਨਾ। ਇਸ ਦਾ ਰੀਜ਼ਨ ਤੁਹਾਨੂੰ ਸਭ ਨੂੰ ਹੀ ਪਤਾ ਹੋਣਾ ਹੈ ਕਿ ਅਫਗਾਨਿਸਤਾਨ ਦੇ ਉੱਪਰ ਇੱਕ ਟੈਰਰਿਸਟ ਗਰੁੱਪ ਨੇ ਕਬਜ਼ਾ ਕੀਤਾ ਹੋਇਆ, ਤਾਲਿਬਾਨ ਨੇ, ਰਾਈਟ। ਤਾਂ ਇਸੇ ਕਰਕੇ ਹੀ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਵਰਲਡ ਬੈਂਕ ਨੇ ਆਪਣੇ ਸਾਰੇ ਹੀ ਫੰਡ ਸਟਾਪ ਕਰ ਦਿੱਤੇ ਹੈ। ਫਿਫਥ ਕੁਐਸਚਨ, who has been named as goodwill ambassador of UN World Food Program, ਤਾਂ ਯੂਨਾਈਟਿਡ ਨੇਸ਼ਨ ਦੇ ਵਰਲਡ ਫੂਡ ਪ੍ਰੋਗਰਾਮ ਦੇ ਵਿੱਚ ਐਜ਼ ਗੁੱਡਵਿਲ ਅੰਬੈਸਡਰ ਕਿਹਨਾਂ ਨੂੰ ਚੁਣਿਆ ਗਿਆ, ਇਹਨਾਂ ਦਾ ਨਾਮ ਰਹੇਗਾ ਡੇਨੀਅਲ ਬਰੂਹਲ, ਓਕੇ। ਇਹ ਕੌਣ ਹੈਗੇ ਆ, ਇਹ ਇੱਕ ਸਪੈਨਿਸ਼ ਜਰਮਨ ਐਕਟਰ ਹੈਗੇ ਆ। ਇਹਨਾਂ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਹੈ ਨਾ, ਜਿਹੜਾ ਇਹ ਵਰਲਡ ਫੂਡ ਪ੍ਰੋਗਰਾਮ ਦੇ ਵਿੱਚ ਜ਼ੀਰੋ ਹੰਗਰ ਮਿਸ਼ਨ ਨੂੰ ਨਾ ਜੁਆਇਨ ਕੀਤਾ ਹੋਇਆ ਸੀਗਾ, ਰਾਈਟ। ਗੁੱਡਵਿਲ ਅੰਬੈਸਡਰ ਹੋਣ ਦੇ ਨਾਤੇ ਹੁਣ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਣਗੇ। ਕਿਹੜੀ ਦੇਖੋ, ਵੈਸੇ ਆਈ ਡੋਂਟ ਨੋ ਕਿ ਆਪਾਂ ਫੋਲੋ ਕਰ ਸਕਦੇ ਹਾਂ ਨਹੀਂ। ਉਹਨਾਂ ਨੇ ਕਿਹਾ ਕਿ ਹਰ ਰਾਤ ਤੁਸੀਂ ਭੁੱਖੇ ਸੋਣਾ ਹੈ, ਠੀਕ ਹੈ, ਤਾਂ ਕਿ ਜਿਹੜਾ ਉਹ ਵਾਲਾ ਖਾਣਾ ਬਚੇਗਾ ਉਹਨੂੰ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾ ਸਕੀਏ ਜਿਨ੍ਹਾਂ ਨੂੰ ਇੱਕ ਟਾਈਮ ਦਾ ਵੀ ਖਾਣਾ ਨਹੀਂ ਮਿਲਦਾ, ਔਰ ਇਸ ਦੇ ਨਾਲ ਫਿਰ ਵਰਲਡ ਦੇ ਵਿੱਚ ਜ਼ੀਰੋ ਹੰਗਰ ਨੂੰ ਸਪੋਰਟ ਕੀਤਾ ਜਾ ਸਕੇ, ਰਾਈਟ। ਯੂਨਾਈਟਿਡ ਨੇਸ਼ਨ ਵਰਲਡ ਫੂਡ ਪ੍ਰੋਗਰਾਮ ਜੋ ਹੈ ਇਹ ਕਦੋਂ ਸਟਾਰਟ ਹੋਇਆ ਸੀ, 1961 ਦੇ ਵਿੱਚ। ਇਸ ਦਾ ਹੈੱਡਕੁਆਰਟਰ ਕਿੱਥੇ ਹੈ, ਇਹ ਤੁਹਾਨੂੰ ਮਿਲੇਗਾ ਰੋਮ, ਇਟਲੀ 'ਚ, ਰਾਈਟ। ਐਗਜ਼ੀਕਿਊਟਿਵ ਡਾਇਰੈਕਟਰ ਇਹਦੇ ਕੌਣ ਹੋ ਜਾਣਗੇ, WFP ਦੇ ਡੇਵਿਡ ਬੀਸਲੇ, ਓਕੇ। ਹਾਂਜੀ, ਹੁਣ ਦੇਖੋ ਕੁਝ ਰੀਸੈਂਟ ਅਪਾਇੰਟਮੈਂਟਸ ਨੂੰ, ਤਾਂ ਫੂਮੀਓ ਕਿਸ਼ੀਦਾ ਇਹ ਰੀ-ਇਲੈਕਟ ਹੋ ਗਿਆ ਐਜ਼ ਪ੍ਰਾਈਮ ਮਿਨਿਸਟਰ ਆਫ ਜਾਪਾਨ, ਰਾਈਟ। ਔਰ ਇਹਨਾਂ ਨੇ ਕਿਸ ਨੂੰ ਸਕਸੀਡ ਕੀਤਾ, ਯੋਸ਼ੀਹਿਡੇ ਸੁਗਾ ਨੂੰ। ਇਹ ਦੋਨੋਂ ਹੀ ਨਾਮ ਤੁਹਾਡੇ ਲਈ ਇੰਪੋਰਟੈਂਟ ਰਹਿਣਗੇ, ਆਲਰਾਈਟ। ਆਫਟਰ ਦੈਟ ਵੈਂਗ ਯੈਪਿੰਗ, ਇਹ ਪਹਿਲੇ ਇਦਾਂ ਦੇ ਚਾਈਨੀਜ਼ ਵਿਮਨ ਐਸਟਰੋਨੌਟ ਬਣੇ ਜਿਨ੍ਹਾਂ ਨੇ ਸਪੇਸ ਦੇ ਵਿੱਚ ਵੌਕ ਕੀਤਾ। ਮੋਸਟੈਸਟ ਇੰਪੋਰਟੈਂਟ ਕੁਐਸਚਨ, ਓਕੇ। ਚਾਈਨਾ ਨੇ 16 ਅਕਤੂਬਰ ਨੂੰ ਆਪਣਾ ਇੱਕ ਸਪੇਸਸ਼ਿਪ ਭੇਜਿਆ ਸੀਗਾ, ਠੀਕ ਹੈ, ਰਾਈਟ। ਔਰ ਉਹਦੇ ਵਿੱਚ 3 ਐਸਟਰੋਨੌਟ ਗਏ ਸੀ, ਔਰ ਉਹਨਾਂ ਨੂੰ ਬੋਲਿਆ ਗਿਆ ਕਿ 6 ਮਹੀਨੇ ਦੇ ਲਈ ਇਹ ਰਹਿਣਗੇ, ਰਾਈਟ। ਔਰ ਇਹਨਾਂ ਨੇ ਰਹਿਣਾ ਕਿੱਥੇ ਹੈ, ਚਾਈਨਾ ਦਾ ਅੰਡਰ ਕੰਸਟਰਕਸ਼ਨ ਸਪੇਸ ਸਟੇਸ਼ਨ ਹੈ, ਰਾਈਟ, ਜਿਹੜਾ ਕਿ ਇਹਨੇ ਆਪਣਾ ਡਿਵੈਲਪ ਕੀਤਾ ਹੋਇਆ। ਉੱਥੇ ਜਾ ਕੇ ਇਹਨਾਂ ਨੇ ਕੁਝ ਨਾ ਕੁਝ ਰਿਸਰਚ ਕਰਨੀ ਹੈ, ਓਕੇ। ਐਂਡ ਬੋਲਿਆ ਜਾ ਰਿਹਾ ਹੈ ਕਿ ਚਾਈਨਾ ਦੇ ਇਹ ਜੋ ਸਪੇਸ ਸਟੇਸ਼ਨ ਹੈ ਇਹ ਨੈਕਸਟ ਈਅਰ ਤੱਕ ਪੂਰਾ ਵੀ ਹੋ ਜਾਏਗਾ, ਓਕੇ। ਉਹਦੇ ਵਿੱਚ ਹੀ ਜਿਹੜਾ ਕਰੂ ਗਿਆ ਵੈਂਗ ਯੈਪਿੰਗ ਉਸ ਦੇ ਵਿੱਚ ਗਏ ਨੇ, ਔਰ ਪਹਿਲੇ ਚਾਈਨੀਜ਼ ਵਿਮਨ ਬਣੇ ਹੈ ਜਿਨ੍ਹਾਂ ਨੇ ਕਿ ਸਪੇਸ ਦੇ ਵਿੱਚ ਵਾਕ ਕੀਤਾ, ਓਕੇ। ਆਫਟਰ ਦੈਟ ਚਾਈਨਾ ਨੇ ਲਾਂਚ ਕੀਤਾ ਵਰਲਡ ਦਾ ਪਹਿਲਾ ਅਰਥ ਸਾਇੰਸ ਸੈਟੇਲਾਈਟ, ਨਾਮ ਕੀ ਹੈ ਜੀ, ਗੁਆਂਗਮੂ, ਓਕੇ। ਇਹਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ SDG ਸੈਟ, ਓਕੇ 1। ਇਹਨੂੰ ਭੇਜਿਆ ਕਿੱਦਾਂ ਗਿਆ, ਲੌਂਗ ਮਾਰਚ 6 ਕੈਰੀਅਰ ਦੇ ਰਾਕਟ ਦੇ ਨਾਲ ਇਹਨੂੰ ਲਾਂਚ ਕੀਤਾ ਗਿਆ,
और ये हुण 2030 का जो एजेंडा है ना किहड़ा यूनाइटेड नेशन का सस्टेनेबल गोल्स का राइट SDGs का तो उसके अकॉर्डिंग ही इन्हों कस्टमाइज किया गया है और ऐदा दी यानी कि SDG नूं मुख रख के कस्टमाइज की गई ये पहली सैटेलाइट होएगी ठीक है। तो SDGs नूं कदों लॉन्च किया गया सी 2015 दे विच और सानू सब नूं पता है कि टोटल 17 गोल रखे गए हैं जिन्हां दे लई यूनाइटेड नेशन ने बोलिया कि 2030 तक सारे वर्ल्ड नूं ये वाले गोल अचीव करने जरूरी ने ठीक है। नेक्स्ट क्वेश्चन है विच कंट्री हैज अनवील्ड अ कॉइन टू कमैमोरेट द लेगेसी ऑफ महात्मा गांधी। तो महात्मा गांधी नूं कमैमोरेट करन दे लई यूके ने एक कॉइन जो है स्टार्ट किया। यूके दी गवर्नमेंट ने गांधी जी दी लाइफ एंड लेगेसी नूं कमैमोरेट करन दे लई 5 पाउंड दा एक जो सिक्का है इनू लॉन्च किया है ठीक है। और ये फर्स्ट टाइम है जो महात्मा गांधी नूं ऑफिशियली यूके दे कॉइन दे उपर कमैमोरेट किया गया होवे ठीक है। और ये जिहड़े कॉइन्स है ये गोल्ड एंड सिल्वर दे विच अवेलेबल रहणगे। इस कॉइन नूं डिजाइन किसने किया है तो ये भी तुसीं याद रखना हीना ग्लोवर ने इसनूं डिजाइन किया है राइट। और ए कॉइन दे उपर इंडिया दा की बनया होया है पहले नंबर ते साडा नैशनल फ्लावर राइट लोटस एनू बनाया गया और नाल ही एदे उपर गांधी जी दा फेमस कोट भी एनग्रेव किया गया। तो ये कोट तुहानूं याद रहना चाहिए ठीक है माई लाइफ इज माई मैसेज सॉरी ओके ये भी एनग्रेव किया गया किहड़ी गवर्नमेंट वालों यूके वालों। रीसेंट कुछ न्यूज़ देखो जी इंग्लैंड पहली ऐदा दी कंट्री बनी जिसने बोलिया कि हुण इत्थे जिन्ने भी नवे घर बनाए जाणगे या जिन्ने भी नवे दफ्तर खुलणगे उन्हां दे विच इलैक्ट्रिक वहीकल्स दे जिहड़े चार्जर्स है उन्हां नूं लगाना मैंडेटरी होगा और ऐदा दा करन वाली ये पहली कंट्री बनी ठीक है। देन कीनिया एंड यूके ने को होस्ट किया ग्लोबल एजुकेशन समिट नूं किहड़ी जगह ते लंडन दे विच ओके सॉरी एंड इस दे विच बोलिया गया कि 5 बिलियन US डॉलर जो है एने दी ग्लोबल पार्टनरशिप की जाएगी ठीक है ग्लोबल पार्टनरशिप फॉर एजुकेशन GPE ओके। देन यूके दे विच नोरा वायरस के बहुत सारे केसेस जो है पहली बारी देखे गए ओके। नोरो वायरस भी जो है ना ये भी कोविड की तरह ही फैलता है टच करन ते किसी परसन दे नाल जो है हथ मिलान ते ठीक है एंड अगर वो स्नीज करता है तो वो तो भी इन्फेक्ट हो जाता है बंदा तो यूके दे विच पहला मिले राइट। देन प्राइम मिनिस्टर नरेंद्र मोदी ने पार्टिसिपेट किया G7 कंट्रीज दी समिट नूं जो कि जून 2021 दे विच हुई सी लंडन दे विच कॉर्नवाल दे विच ओके और इंडिया नूं इहदे विच एज गेस्ट फैकल्टी बुलाया गया सी ऑलराइट। देन यूके ने इंट्रोड्यूस किया एक एक्शन प्लान फॉर एनिमल वेलफेयर। इस दे विच बोलिया गया कि एक ना कमेटी बनाई जाऊगी राइट और वो कमेटी जो है ये गवर्नमेंट ऑफ यूके नूं अपनी रिपोर्ट पेश करेगी कि एनिमल वेलफेयर दे लई जिन्ने भी काम यूके दी गवर्नमेंट करती है कि वो सही चल रहे ने अगर नहीं तो उन्हां दे विच की चेंजेस करन दी जरूरत है कि एडिशन करन दी जरूरत है राइट ओके। नेक्स्ट क्वेश्चन है इत्थे एक बुक दी गई है लाल सलीम अ नोवल ओके। इस बुक के तुहाडे कोलों ऑथर पूछे गए ने बहुत ही ज्यादा इंपॉर्टेंट बुक रहेगी ये है स्मृति ईरानी ठीक है और ज्यादा इंपॉर्टेंट इसलिए भी हो जाती है बिकॉज स्मृति ईरानी दा ये ना फर्स्ट नोवल है ओके। ते स्मृति ईरानी कोल केड़ी मिनिस्ट्री है साडी इन्हां दे कोल हैगी है यूनियन मिनिस्ट्री ऑफ विमेन एंड चाइल्ड डेवलपमेंट राइट। और एज जिहड़ी बुक है ना लाल सलीम इस दे सॉरी लाल सलाम इस दे विच दस्सिया कि गया इस दे विच उस इंसीडेंट के बारे में इन्होंने गल की है जदों 76 CRPF के जिहड़े जवान सी ना वो मारे गए सी कदों अप्रैल 2010 दे विच किस टाइम उस टाइम ना छत्तीसगढ़ दे विच एक जगह है दांतेवाड़ा राइट। दांतेवाड़ा दे विच मायोस ने अटैक कर दिता सीगा इस करके 76 CRPF जवान मर गए सी। इसे घटना नूं दिखाया गया लाल सलाम अ नोवल नाम की बुक दे विच ठीक है। हुण इत्थे देख रहे हैं कुछ रिसेंटली लॉन्च हुई बुक्स नूं तां पहली बुक है श्रीमद रामायणम ओके। ये जो बुक है ये लिखी है ससी किरानाचार्य ने ऑलराइट और एदे विच लॉर्ड रामा दी गुड गवर्नेंस के बारे में गल की गई है रूल ऑफ लॉ के बारे में दस्या गया ठीक है। ते नाल ही जिहड़े इंडिया दे यूथ है उन्हां दे विच लिटरेरी एंड पोइट्री वर्क नूं पॉपुलर करन दे वास्ते भी इहदे विच ट्राई किया गया ओके। नैक्सट बुक है जी फोर्स इन स्टेट क्राफ्ट। ये लिखी है एक कंपाइलेशन है यानी कि किसी एक परसन की नहीं है एनू इंडिया के डिफेंस सैक्रटरी डॉक्टर अजय कुमार ने रिलीज किया है
ओके और ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਕੰਪਾਈਲ ਕੀਤਾ ਗਿਆ ਲਾਈਕ ਕਾਊਂਟਰ ਆਪਰੇਸ਼ਨਸ ਹੈਗੇ ਆ ਨਾਰਥ ਈਸਟ ਦੇ ਵਿੱਚ ਜਿਹੜੇ ਕੰਫਲਿਕਟ ਹੋਈਆਂ ਉਹਨਾਂ ਬਾਰੇ ਦੱਸਿਆ ਗਿਆ ਨਿਊਕਲੀਅਰ ਪੋਸਚਰ ਵਗੈਰਾ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਠੀਕ ਹੈ ਦੈਨ ਦ ਡਿਸਟਰਪਟਰ ਇਹ ਬੁੱਕ ਹੈਗੀ ਹੈ ਜੀ ਪੂਰੀ ਬੁੱਕ ਦਾ ਨਾਮ ਹੈ ਹਾਊ ਵਿਸ਼ਵਨਾਥ ਪ੍ਰਤਾਪ ਸਿੰਘ ਸ਼ੂਕ ਇੰਡੀਆ ਓਕੇ ਇਹ ਲਿਖੀ ਗਈ ਹੈ ਜੀ ਕਿੰਨਾ ਵੱਲੋਂ ਬਾਏ ਦੇਬਸ਼ੀਸ਼ ਮੁਖਰਜੀ ਤਾਂ ਹੁਣ ਇੱਥੇ ਤੁਸੀਂ ਦੇਖੋ ਪੋਲਿਟੀ ਦੇ ਵਿੱਚ ਤੁਹਾਡੇ ਕੋਲ ਇਹ ਵਾਲੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿੰਨਾ ਬਾਰੇ ਪ੍ਰਤਾਪ ਸਿੰਘ ਸ਼ੂਕ ਦੇ ਬਾਰੇ ਦੇ ਵਿੱਚ ਰਾਈਟ ਦੇਖੋ ਇਹ ਜੋ ਬੁੱਕ ਹੈ ਨਾ ਇਹਦੇ ਵਿੱਚ ਇੰਡੀਆ ਦੇ 8th ਪ੍ਰਾਈਮ ਮਿਨਿਸਟਰ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਬਾਰੇ ਦੇ ਵਿੱਚ ਨਾ ਦੱਸਿਆ ਗਿਆ ਹੈ ਠੀਕ ਹੈ ਇਹਨਾਂ ਨੇ ਕਦੋਂ ਤੋਂ ਕਦੋਂ ਤੱਕ ਐਜ਼ ਪ੍ਰਾਈਮ ਮਿਨਿਸਟਰ ਸੇਵਾ ਨਿਭਾਈ ਸੀ 1989 ਤੋਂ ਲੈ ਕੇ ਨਵੰਬਰ 1990 ਤੱਕ ਹੀ ਇਹ ਕੰਟਰੀ ਦੇ ਵਿੱਚ ਐਜ਼ ਪੀਐਮ ਇਹਨਾਂ ਨੇ ਸਰਵ ਕੀਤਾ ਠੀਕ ਹੈ ਇਸ ਦੇ ਨਾਲ ਇਹ ਇੰਡੀਆ ਦੇ ਵਿੱਚ ਐਜ਼ ਡਿਫੈਂਸ ਮਿਨਿਸਟਰ ਵੀ ਕੰਮ ਕਰ ਚੁੱਕੇ ਨੇ ਔਰ ਯੂਪੀ ਦੇ ਵਿੱਚ ਐਜ਼ ਸੀਐਮ ਵੀ ਇਹਨਾਂ ਨੇ ਸੇਵਾਵਾਂ ਨਿਭਾਈਆਂ ਤਾਂ ਤੁਹਾਡੇ ਕੋਲੋਂ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇੰਡੀਆ ਦੇ 8th ਪ੍ਰਾਈਮ ਮਿਨਿਸਟਰ ਕੌਣ ਸੀ ਤਾਂ ਇਹ ਕੌਣ ਹੋਣਗੇ ਜੀ ਪ੍ਰਤਾਪ ਸਿੰਘ ਰਾਈਟ ਵਿਸ਼ਵਨਾਥ ਪ੍ਰਤਾਪ ਸਿੰਘ ਜਾਂ ਫਿਰ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ डायरेक्ट इस बुक के बारे में कि द डिस्टरप्टर बुक जो है किन्ना बारे लिखी गई है किन्वे प्राइम मिनिस्टर बारे लिखी गई है ठीक है क्वेश्चन किसी भी तरह आ सकता है तेनू तुसी याद रखोगे क्वेश्चन नंबर 8 who has been selected for the lifetime achievement awards 2021 by BWF BWF stands for a बैडमिंटन दी वर्ल्ड फेडरेशन बारे गल हो रही है ठीक है तो इन्हां ने लाइफ टाइम अचीवमेंट अवार्ड दे लई किसनू चुनिया प्रकाश पादुकोण नू ठीक है ना तो इंडिया दे यह बैडमिंटन लैजेंड हैगे ने प्रकाश पादुकोण जिन्होंने साडी बैडमिंटन वर्ल्ड फेडरेशन काउंसिल ने लाइफ टाइम अचीवमेंट अवार्ड के लिए चुनिया ठीक है और इन्हां ने 2018 दे विच बैडमिंटन एसोसीएशन ऑफ इंडिया दे वल्लों भी एक अवार्ड लिया होया है लाइफ टाइम अचीवमेंट दा ही ठीक है ऑलरेडी इंडिया दी बैडमिंटन एसोसीएशन इन्हां नूं दिता ही होया बट हुण वर्ल्ड लैवल के उपर इन्हां नूं सेम ही अवार्ड जो है इस दिन सन्मानित किया जाऊगा ओके इन्हां ने 1983 दे विच वर्ल्ड चैंपीयनशिप दे विच ना जो है मैडल हासिल किया सीगा और वर्ल्ड चैंपीयनशिप दे विच बैडमिंटन दे विच मैडल हासिल करने वाले ये पहले इंडियन बने सी ओके हुण इत्थे गल हो रही है BWF दी कदों इसनूं फॉर्म किया गया 5th of जुलाई 1934 नूं एज दे प्रेसिडेंट कौन है एरिक होयर राइट लैरसन ओके एंड द हैडक्वार्टर तुहानूं मिलेगा मलेशिया दे विच ठीक है मलेशिया दे विच कुआलालंपुर नाम की जगह ते ओके हुण देखो कुछ रीसेंट स्पोर्ट्स दी न्यूज़ नूं तां लुइस हैमिल्टन इन्हां ने 2021 दा फॉर्मूला 1 रेस कतर ग्रैंड प्रिक्स एंड ब्राजीलियन ग्रैंड प्रिक्स दोनों ही इन्हां ने जीतियां ठीक है तां लुइस हैमिल्टन जो हैगे है किहड़ी कार ड्राइव करदे है मर्सिडीज एंड किहड़ी जगह तो बिलोंग करते हैं तो ग्रेट ब्रिटेन तो बिलोंग करेंगे ओके आफ्टर दैट इंडिया ने 7 मैडल हासिल किए 2021 दी एशियन आर्चरी चैंपीयनशिप दे विच ओके ये होई किहड़ी जगह ते है तो इसनूं ढाका दे विच करवाया गया बांग्लादेश विच इंडिया दी अगर असीं मैडल टैली देखांगे तो इसका रैंक ना 2nd नंबर के उपर रहा ठीक है इंडिया ने 1 गोल्ड मैडल हासिल किया 4 सिल्वर और 2 ही ब्रोंज मैडल हासिल किए ने ठीक है तो फिर केड़ी कंट्री टॉप के उपर रही है साउथ कोरिया किन्ने मैडल मिले इन्हां नूं 15 मैडल मिले ने ठीक है ऑलमोस्ट साडे नालों डबल ओके तो इंडिया दा जो गोल्ड मैडल है ये इक्को ही पर्सन है जिन्हां ने हासिल किया किहड़े ने जी इन्हां दा नाम है ज्योति सुरेखा ओके नैक्सट देखो इंडिया 2029 दी चैंपियंस ट्रॉफी एंड 2026 दी ICC मेंस 2020 वर्ल्ड कप ये 2 चीज़ां इन्होंने होस्ट करनियां दोबारा समझो ईवन इत्थे 3 चीज़ां आनियां आई थिंक 2029 दे विच चैंपियंस ट्रॉफी होएगी ठीक है ये इंडिया इस नूं होस्ट करेगा नंबर 1 नंबर 2 2026 दे विच को होस्ट मतलब 2 कंट्रीज मिलके ICC मेंस 2020 वर्ल्ड कप नूं है आयोजित करनगियां पहली है इंडिया दूसरी लेगी श्रीलंका ठीक है ਇਹਦੇ ਨਾਲ ਇੱਕ ਹੋਰ ਜਿਹਦੇ ਮੈਂ ਤੀਸਰੇ ਵਾਰੀ ਗੱਲ ਕਰ ਰਹੀ ਸੀ ਨਾ 2031 ਦੇ ਵਿੱਚ ਹੀ ਬਾਂਗਲਾਦੇਸ਼ ਦੇ ਨਾਲ ਮਿਲ ਕੇ ਇੰਡੀਆ ਨੇ ICC ਮੈਨਸ ਦਾ ਜੋ 50 ਓਵਰ ਵਰਲਡ ਕੱਪ ਹੁੰਦਾ ਹੈ ਉਸ ਨੂੰ ਵੀ ਹੋਸਟ ਕਰਨਾ ਹੈ ਇਹ ਸਾਰੇ ਹੀ ਹੋਸਟ ਕਦੋਂ ਅਨਾਉਂਸ ਹੋਏ ਨੇ ਹਾਲ ਹੀ ਦੇ ਵਿੱਚ ICC ਨੇ ਇਹਨਾਂ ਦੀ ਅਨਾਉਂਸਮੈਂਟ ਕੀਤੀ ਹੈ ਠੀਕ ਹੈ ਤਾਂ ਇਹ ਤਿੰਨੋਂ ਹੀ ਤੁਸੀਂ ਯਾਦ ਰੱਖਣੇ ਹੈ ਆਫਟਰ दैट श्रीलंका ਦੇ ਮਹਿਲਾ ਜਯਵਰਧਨਾ
ਸਾਊਥ ਅਫਰੀਕਾ ਦੇ ਸ਼ੌਨ ਪੋਲੌਕ ਐਂਡ ਇੰਗਲੈਂਡ ਦੇ ਜੈਨੇਟ ਬ੍ਰਿਟਨ, ਇਹਨਾਂ ਨੂੰ ਸ਼ਾਮਿਲ ਕੀਤਾ ਜਾ ਚੁੱਕਿਆ ਹੁਣ ICC ਹਾਲ ਆਫ ਦਾ ਫੇਮ ਦੇ ਵਿੱਚ। ਠੀਕ ਹੈ, 2009 ਤੋਂ ਲੈ ਕੇ ਹੁਣ ਤੱਕ 106 ਪਲੇਅਰਸ ਹੈਗੇ ਆ ਜਿਨ੍ਹਾਂ ਨੂੰ ICC ਹਾਲ ਆਫ ਦਾ ਫੇਮ ਦੇ ਵਿੱਚ ਨਾ ਇੰਡਕਟ ਕੀਤਾ ਜਾ ਚੁੱਕਿਆ। ਆਲਰਾਈਟ, ਨੈਕਸਟ ਕੁਐਸਚਨ ਹੈ ਜੀ, when World Children's Day has been celebrated, ਤਾਂ 20 ਨਵੰਬਰ ਨੂੰ ਜੋ ਹੈ ਇਹ ਚਿਲਡਰਨਸ ਡੇ ਨੂੰ ਸੈਲੀਬ੍ਰੇਟ ਕੀਤਾ ਗਿਆ, ਐਨੂਅਲੀ ਨੂੰ ਮਨਾਇਆ ਜਾਂਦਾ ਆ। ਮਕਸਦ ਹੁੰਦਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਬੱਚਿਆਂ ਦੇ ਵਿੱਚ ਅਵੇਅਰਨੈਸ ਦੇਣਾ ਔਰ ਟਗੈਦਰਨੈਸ ਨੂੰ ਡਿਵੈਲਪ ਕਰਨਾ। ਆਲਰਾਈਟ, ਐਸੇ ਡੇਟ ਨੂੰ ਹੀ ਕਿਉਂ ਚੁਣਿਆ ਗਿਆ ਜੀ? ਤਾਂ ਦੇਖੋ 20 ਨਵੰਬਰ 1959 ਨੂੰ ਹੀ ਉਹ ਦਿਨ ਹੈ ਜਦੋਂ ਯੂਨਾਈਟਿਡ ਨੇਸ਼ਨ ਨੇ ਡੈਕਲੇਰੇਸ਼ਨ ਆਫ ਦ ਰਾਈਟ ਆਫ ਦ ਚਾਈਲਡ ਦੇ ਵਿੱਚ ਨਾ ਸਾਈਨ ਕੀਤੀ ਸੀ। ਠੀਕ ਹੈ, ਕਦੋਂ, ਕਿੱਥੇ? ਮਤਲਬ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚ। ਓਕੇ, ਐਂਡ 2021 ਦੇ ਵਿੱਚ ਇਹ ਚਾਈਲਡ ਲਾਈਫ ਜੋ ਕਨਵੈਨਸ਼ਨ ਹੈ ਨਾ, ਇਹਦੀ ਕਿੰਨਵੀਂ ਐਨੀਵਰਸਰੀ ਮਨਾਈ ਗਈ ਹੈ? 32nd ਐਨੀਵਰਸਰੀ ਰਹੇਗੀ। ਇਸ ਵਾਰੀ ਦਾ ਥੀਮ ਕੀ ਸੀਗਾ? ਅ ਬੈਟਰ ਫਿਊਚਰ ਫॉर ਐਵਰੀ ਚਾਈਲਡ, ਹਰ ਇੱਕ ਬੱਚੇ ਨੂੰ ਅਸੀਂ ਇੱਕ ਅੱਛਾ ਫਿਊਚਰ ਦੇਣਾ ਹੈ। ਠੀਕ ਹੈ, ਔਰ ਇਹੀ ਵਾਲਾ ਦਿਨ ਹੈ ਜਦੋਂ 1959 ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਚਾਈਲਡ ਰਾਈਟ ਡੈਕਲੇਰੇਸ਼ਨ ਨੂੰ ਤਾਂ ਅਡਾਪਟ ਕੀਤਾ ਹੀ, ਬਟ ਨਾਲ ਹੀ 20 ਨਵੰਬਰ ਨੂੰ ਹੀ 1989 ਦੇ ਵਿੱਚ ਇਹਨਾਂ ਨੇ ਯੂਨਾਈਟਿਡ ਨੇਸ਼ਨ ਨੇ ਕਨਵੈਨਸ਼ਨ ਔਨ ਦਾ ਰਾਈਟਸ ਆਫ ਚਾਈਲਡ ਨੂੰ ਵੀ ਅਡਾਪਟ ਕੀਤਾ। ਠੀਕ ਹੈ, ਤਾਂ ਇਹ 1959 ਐਂਡ 1989 ਇਹ ਦੋਨੋਂ ਸਾਲ ਵੀ ਤੁਹਾਡੇ ਲਈ ਮੋਸਟ ਇੰਪੋਰਟੈਂਟ ਰਹਿਣਗੇ, ਸਪੈਸ਼ਲੀ ਚਾਈਲਡ ਰਾਈਟਸ ਦੇ ਲਈ। ਓਕੇ, ਹਾਂਜੀ, ਹੁਣ ਦੇਖਦੇ ਆ ਕੁਝ ਇੰਪੋਰਟੈਂਟ ਡੇਜ਼ ਨੂੰ। ਵਰਲਡ ਫਿਸ਼ਰੀਜ਼ ਡੇ ਇਹ ਮਨਾਉਂਦੇ ਆ 21 ਨਵੰਬਰ ਨੂੰ, ਹਰ ਸਾਲ ਮਨਾਇਆ ਜਾਂਦਾ ਹੈ। ਇਹਦੇ ਵਿੱਚ ਇੰਪੋਰਟੈਂਸ ਦੱਸੀ ਜਾਂਦੀ ਹੈ ਕਿ ਜਿਹੜੇ ਹੈਲਦੀ ਓਸ਼ੀਅਨ ਹੈਗੇ ਆ ਇਹਨਾਂ ਦਾ ਈਕੋਸਿਸਟਮ ਸਾਡੇ ਲਈ ਕਿੱਦਾਂ ਇੰਪੋਰਟੈਂਟ ਹੈ, ਉਸ ਬਾਰੇ ਗੱਲ ਹੁੰਦੀ ਹੈ। ਠੀਕ ਹੈ, ਤੇ ਇਸ ਵਾਰੀ ਇਹਦਾ 5ਵਾਂ ਐਡੀਸ਼ਨ ਮਨਾਇਆ ਗਿਆ। ਪਹਿਲੀ ਵਾਰੀ ਇਸ ਨੂੰ 2015 ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਸੀਗਾ। ਰਾਈਟ, ਸੇਮ ਡੇ ਹੀ ਇੰਟਰਨੈਸ਼ਨਲ ਫਿਸ਼ਰਮੈਨਸ ਆਰਗੇਨਾਈਜੇਸ਼ਨ ਜੋ ਹੈ ਇਹ ਦਿੱਲੀ ਦੇ ਵਿੱਚ ਹੈਲਡ ਹੋਈ ਸੀ। ਆਲਰਾਈਟ, ਦੈਨ ਵਰਲਡ ਡੇ ਆਫ ਰਿਮੈਂਬਰੈਂਸ ਫॉर ਰੋਡ ਟ੍ਰੈਫਿਕ ਵਿਕਟਿਮਸ 2021 ਇਹ ਕਦੋਂ ਮਨਾਇਆ ਗਿਆ? 21 ਨਵੰਬਰ ਨੂੰ ਹੀ। ਹਰ ਸਾਲ ਇਹ 21 ਨਵੰਬਰ ਨੂੰ ਮਨਾਉਂਦੇ ਨੇ? ਨਹੀਂ, ਹਰ ਸਾਲ ਇਸ ਨੂੰ ਤੀਸਰੇ ਸੰਡੇ ਮਨਾਇਆ ਜਾਂਦਾ ਆ ਨਵੰਬਰ ਦੇ। ਰਾਈਟ, ਥੀਮ ਕੀ ਸੀਗਾ ਇਸ ਵਾਰੀ ਦਾ? ਐਕਟ ਫॉर ਲੋ ਸਪੀਡਸ ਐਂਡ ਐਕਟ ਫॉर ਲੋ ਸਪੀਡਸ ਇਨ ਸਟਰੀਟਸ, ਯਾਨੀ ਕਿ ਇੰਨਾ ਵੀ ਤੇਜ਼ ਨਾ ਚਲਾਓ ਕਿ ਦੂਸਰਿਆਂ ਦੀ ਜ਼ਿੰਦਗੀ ਸਿਰਫ ਤੁਹਾਡੀ ਸਪੀਡ ਕਰਕੇ ਚਲੀ ਜਾਏ। ਠੀਕ ਹੈ, ਆਫਟਰ ਦੈਟ 552ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਦਿਹਾੜਾ ਮਨਾਇਆ ਗਿਆ ਹੈ ਨਾ, ਇਹਨਾਂ ਦੀ ਜਯੰਤੀ ਮਨਾਈ ਗਈ 19 ਨਵੰਬਰ ਨੂੰ। ਰਾਈਟ, ਔਰ ਇਹਨਾਂ ਦਾ ਜਨਮ ਕਦੋਂ ਹੋਇਆ ਸੀ? 1469 ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਔਰ ਇਹ ਸਿੱਖ ਧਰਮ ਦੇ ਮੋਢੀ ਸੀ, ਹੈ ਨਾ, ਪਹਿਲੇ ਗੁਰੂ ਰਹਿਣਗੇ। ਆਫਟਰ ਦੈਟ ਵਰਲਡ ਐਂਟੀ ਮਾਈਕਰੋਬੀਅਲ ਅਵੇਅਰਨੈਸ ਵੀਕ, ਇਹ ਪੂਰਾ ਹਫਤਾ ਮਨਾਇਆ ਗਿਆ 18 ਤੋਂ ਲੈ ਕੇ 24 ਨਵੰਬਰ ਤੱਕ। ਓਕੇ, ਆਲਰਾਈਟ, ਤਾਂ ਇਹ ਹਰ ਹੀ ਸਾਲ ਸੇਮ ਡੇਟਸ ਨੂੰ ਯਾਨੀ 18 ਤੋਂ 24 ਨਵੰਬਰ ਨੂੰ ਹੀ ਮਨਾਉਂਦੇ ਆ। ਇਸ ਵਾਰੀ ਦਾ ਥੀਮ ਇੰਪੋਰਟੈਂਟ ਰਹੇਗਾ ਸਪਰੈਡ ਅਵੇਅਰਨੈਸ, ਸਟਾਪ ਰੈਜ਼ਿਸਟੈਂਸ। ਓਕੇ, ਦੈਨ ਵਰਲਡ ਨੈਚੁਰੋਟ੍ਰੋਫੀ ਡੇ। ਰਾਈਟ, ਇਹ ਕੀ ਹੈ? ਨੈਚੁਰੋ ਮਤਲਬ ਕਿ ਨੇਚਰ ਦੇ ਨਾਲ ਰਿਲੇਟ ਕਰਕੇ ਇਸ ਨੂੰ ਤੁਸੀਂ ਯਾਦ ਰੱਖੋਗੇ 18 ਨਵੰਬਰ ਨੂੰ ਇਸ ਨੂੰ ਮਨਾਇਆ ਗਿਆ ਸੀਗਾ। ਇਹਦਾ ਮਕਸਦ ਕੀ ਹੈ? ਇਹਦੇ ਵਿੱਚ ਬੋਲਿਆ ਜਾਂਦਾ ਹੈ ਕਿ ਜਿਹੜਾ ਮੈਂਟਲ ਐਂਡ ਫਿਜ਼ੀਕਲ ਹੈਲਥ ਹੈਗੀ ਹੈ ਨਾ, ਇਹਨੂੰ ਅਸੀਂ ਸਹੀ ਤਾਂ ਕਰਨਾ ਹੀ ਹੈ, ਬਟ ਇਹਦੇ ਲਈ ਕਿਉਂ ਅਸੀਂ ਡਰੱਗਸ ਲਈਏ? ਡਰੱਗਸ ਆਈ ਮੀਨ ਉਹ ਵਾਲਾ ਡਰੱਗ ਨਹੀਂ ਹੈ, ਇੱਥੇ ਮੈਡੀਕਲ ਡਰੱਗਸ ਦੀ ਗੱਲ ਹੋ ਰਹੀ ਹੈ। ਰਾਈਟ, ਜਿਸ ਦੇ ਵਿੱਚ ਅਸੀਂ ਐਲੋਪੈਥੀ ਨੂੰ ਲੈ ਲੈਂਦੇ ਹਾਂ। ਓਕੇ, ਇਹਨਾਂ ਨੇ ਬੋਲਿਆ ਕਿਉਂ ਨਾ ਅਸੀਂ ਨੇਚਰ ਦੀ ਹੈਲਪ ਲੈ ਕੇ ਨੈਚੁਰੋਪੈਥੀ ਦੇ ਨਾਲ ਅਸੀਂ ਇਹਦੀ ਜਿਹੜਾ ਮੈਂਟਲ ਐਂਡ ਫਿਜ਼ੀਕਲ ਹੈਲਥ ਹੈ ਲੋਕਾਂ ਦੀ ਉਸ ਨੂੰ ਠੀਕ ਕਰੀਏ। ਠੀਕ ਹੈ, ਤਾਂ ਇਹ ਜੋ ਦਿਨ ਹੈ ਇਹ ਨਾ ਆਯੂਸ਼ ਮਿਨਿਸਟਰੀ ਨੇ 2018 ਦੇ ਵਿੱਚ ਡਿਕਲੇਅਰ ਕੀਤਾ ਸੀ। ਰਾਈਟ, ਔਰ ਇਹੀ ਵਾਲਾ ਉਹ ਦਿਨ ਰਹੇਗਾ। ਕਿਉਂ 18 ਨਵੰਬਰ ਹੀ? ਕਿਉਂਕਿ ਇਸ ਦਿਨ ਹੀ ਮਹਾਤਮਾ ਗਾਂਧੀ ਨੇ ਆਲ ਇੰਡੀਆ ਨੇਚਰ ਕਿਉਰ ਫਾਊਂਡੇਸ਼ਨ ਟਰਸਟ ਦੇ ਵਿੱਚ ਲਾਈਫ ਟਾਈਮ ਚੇਅਰਮੈਨ ਜੋ ਹੈ ਇਹਦੀ ਪਦਵੀ ਹਾਸਿਲ ਕੀਤੀ ਸੀ। ਠੀਕ ਹੈ, ਦੈਨ ਵੇਅਰ ਵਰਲਡਸ ਹਾਈਐਸਟ ਮੋਟਰੇਬਲ ਰੋਡ ਹੈਜ਼ ਬੀਨ ਕੰਸਟਰਕਟਡ,
ਤਾਂ ਦੁਨੀਆ ਦੀ ਸਭ ਤੋਂ ਹਾਈਐਸਟ ਮੋਟਰੇਬਲ ਰੋਡ ਇਹ ਕਿੱਥੇ ਬਣਾਈ ਗਈ ਹੈ? ਲਦਾਖ ਦੇ ਵਿੱਚ। ਤੁਸੀਂ ਸੋਚੋਗੇ ਮੈਮ ਅਸੀਂ ਇਹ ਕੁਐਸਚਨ ਪਹਿਲਾਂ ਕੀਤਾ ਹੋਇਆ, ਫਿਰ ਅਸੀਂ ਦੁਬਾਰਾ ਕਿਉਂ ਕਰ ਰਹੇ ਹਾਂ? ਕਿਉਂਕਿ ਨਾ ਤੁਹਾਨੂੰ ਪਤਾ ਹੈ ਇਹ ਵਾਲੀ ਰੋਡ ਬਣਾਈ ਕਿਸਨੇ ਹੈ? ਸਾਡੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ, ਬਰੋ ਨੇ, ਰਾਈਟ। ਔਰ ਇਹ ਰੋਡ ਜੋ ਬਣੀ ਹੈ ਇਹ ਕਿਹੜੇ ਪਾਸ ਦੇ ਵਿੱਚ ਬਣੀ ਹੈ? ਤਾਂ ਇਹ ਉਮਿੰਗਲਾ ਦੇ ਵਿੱਚ ਬਣਾਈ ਗਈ ਹੈ, ਵਰਲਡ ਦੀ ਹਾਈਐਸਟ ਮੋਟਰੇਬਲ ਰੋਡ, ਰਾਈਟ। ਔਰ ਇਸ ਦੇ ਵਿੱਚ ਹੋਇਆ ਕੀ ਹੈ? ਇਹਦੇ ਵਿੱਚ ਨਾ ਹਾਈਟ ਨੂੰ ਅਚੀਵ ਕੀਤਾ ਗਿਆ 19,024 ਫੀਟ ਦੀ ਹਾਈਟ, ਸਮਝ ਰਹੇ ਹੋ? ਤਾਂ ਇਹ ਰੋਡ ਦੀ ਕੰਸਟਰਕਸ਼ਨ ਜਦੋਂ BRO ਨੇ ਕੀਤੀ ਤਾਂ ਇਸੇ ਦੇ ਲਈ ਹਾਲ ਹੀ ਦੇ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਹੁਣ ਇਸ ਨੂੰ ਸ਼ਾਮਿਲ ਕਰ ਲਿਆ ਗਿਆ। ਇਸ ਕਰਕੇ ਫਿਰ ਇਹ ਵਾਲੀ ਰੋਡ ਤੁਹਾਡੇ ਲਈ ਇੰਪੋਰਟੈਂਟ ਰਹੂਗੀ। ਇਸ ਦੀ ਜੋ ਲੈਂਥ ਹੈ, ਕਿੰਨੀ ਲੰਬੀ ਹੈ ਇਹ ਵਾਲੀ ਰੋਡ? 52 ਕਿਲੋਮੀਟਰ ਲੌਂਗ ਰਹੇਗੀ, ਓਕੇ। ਐਂਡ ਇਹਨੂੰ BRO ਦੇ ਹਿਮਾਂਕ ਨਾਮ ਦਾ ਇੱਕ ਪ੍ਰੋਜੈਕਟ ਹੈ, ਇਹ ਪ੍ਰੋਜੈਕਟ ਵੀ ਤੁਸੀਂ ਯਾਦ ਰੱਖਣਾ, ਇਹਦੇ ਅੰਡਰ ਇਸ ਨੂੰ ਡਿਵੈਲਪ ਕੀਤਾ ਗਿਆ, ਰਾਈਟ। ਹੁਣ ਦੇਖਦੇ ਹਾਂ ਕੁਝ ਰੀਸੈਂਟ ਨਿਊਜ਼ ਨੂੰ। ਤਾਂ ਵੈਨੇਜ਼ੁਏਲਾ ਨੇ ਸੈੱਟ ਕੀਤਾ ਇੱਕ ਵਰਲਡ ਰਿਕਾਰਡ, ਇਹਨੇ ਨਾ ਲਾਰਜੈਸਟ ਆਰਕੈਸਟਰਾ ਲਿਆਂਦਾ ਆ, ਠੀਕ ਹੈ। 8,573 ਮਿਊਜ਼ੀਸ਼ੀਅਨ ਸੀਗੇ ਜਿਨ੍ਹਾਂ ਨੇ ਇਕੱਠੇ ਹੀ ਪਲੇ ਕੀਤਾ ਔਰ ਪੂਰੇ 5 ਮਿੰਟ ਤੋਂ ਵੀ ਜ਼ਿਆਦਾ ਇਹਨਾਂ ਨੇ ਟਾਈਮ ਨੂੰ ਅਚੀਵ ਕੀਤਾ, ਠੀਕ ਹੈ। ਔਰ ਇਹ ਜੋ ਰਿਕਾਰਡ ਹੈ ਇਹ ਇੱਥੇ ਦੇ ਯਾਨੀ ਵੈਨੇਜ਼ੁਏਲਾ ਦੇ ਨੈਸ਼ਨਲ ਸਿਸਟਮ ਆਫ ਯੂਥ ਐਂਡ ਚਿਲਡਰਨਸ ਆਰਕੈਸਟਰਾਸ ਨੇ ਬਣਾਇਆ ਆ। ਔਰ ਇਹਨੂੰ ਇੱਕ ਹੋਰ ਨਾਮ ਦੇ ਨਾਲ ਜਾਣਿਆ ਗਿਆ, ਨਾਮ ਕੀ ਹੈ ਜੀ? ਐਲ ਸਿਸਟੈਮਾ, ਆਲਰਾਈਟ। ਐਂਡ ਇਹਦੇ ਤੋਂ ਪਹਿਲਾਂ ਇਹ ਵਾਲਾ ਜੋ ਰਿਕਾਰਡ ਹੈ ਸਭ ਤੋਂ ਜ਼ਿਆਦਾ ਮਤਲਬ ਕਿ ਮਿਊਜ਼ੀਸ਼ੀਅਨਸ ਨੇ ਇਕੱਠੇ ਪਲੇ ਕੀਤਾ ਹੋਵੇ, ਇਹ ਕਿਹਦੇ ਨਾਮ ਸੀਗਾ? ਰਸ਼ੀਆ ਦੇ ਨਾਮ ਸੀਗਾ, ਠੀਕ ਹੈ। ਔਰ ਉਸ ਟਾਈਮ ਤੇ 8,097 ਮਿਊਜ਼ੀਸ਼ੀਅਨ ਜਿਹੜੇ ਸੀਗੇ ਨਾ ਉਹਦੇ ਵਿੱਚ ਆਏ ਸੀ, ਓਕੇ। ਦੈਨ ਵਰਲਡ ਦਾ ਹਾਈਐਸਟ ਮੋਟਰੇਬਲ ਰੋਡ, ਇਹ ਆਪਾਂ ਕਰ ਹੀ ਲਿਆ, ਇਹਨੂੰ ਇਨੋਗ੍ਰੇਟ ਕੀਤਾ ਗਿਆ, ਰਾਈਟ। ਆਫਟਰ ਦੈਟ ਲਦਾਖ ਨੇ ਰਿਮੂਵ ਕਰ ਦਿੱਤਾ ਆ ਇੰਡੀਅਨ ਨੈਸ਼ਨਲਸ ਦੇ ਲਈ ਇਨਰ ਲਾਈਨ ਪਰਮਿਟ ਨੂੰ। ਪਹਿਲਾਂ ਕੀ ਹੁੰਦਾ ਸੀ, ਲਦਾਖ ਦੇ ਕੁਝ ਏਰੀਆਜ਼ ਦੇ ਵਿੱਚ ਅਗਰ ਤੁਸੀਂ ਜਾਣਾ ਹੈ ਤਾਂ ਤੁਹਾਨੂੰ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਸੀ, ਇਨਰ ਲਾਈਨ ਪਰਮਿਟ, ਠੀਕ ਹੈ। ਹੁਣ ਲਦਾਖ ਨੇ ਬੋਲਿਆ ਹੈ ਕਿ ਹੁਣ ਆਪਣੇ ਟੂਰਿਜ਼ਮ ਨੂੰ ਹੋਰ ਵੀ ਜ਼ਿਆਦਾ ਬੜਾਵਾ ਦੇਣਾ ਚਾਹੁੰਦੇ ਹੈ, ਇਸ ਲਈ ਇਹਨਾਂ ਨੇ ਬੋਲ ਦਿੱਤਾ ਹੈ ਕਿ ਇੰਡੀਅਨ ਜਿਹੜੇ ਸਿਟੀਜ਼ਨਸ ਹੈਗੇ ਆ, ਐਦਾਂ ਨਹੀਂ ਹੈ ਕਿ ਕੋਈ ਪਾਕਿਸਤਾਨ ਤੋਂ ਘੁੰਮਣ ਆਇਆ ਤੇ ਉਹਨੂੰ ਲਦਾਖ ਕੇ ਆ ਜਾਓ ਆਰਾਮ ਨਾਲ ਘੁੰਮ ਕੇ ਚਲੇ ਜਾਓ, ਉਹਨਾਂ ਦੇ ਲਈ ਪਰਮਿਟ ਚਾਹੀਦਾ ਹੋਏਗਾ। ਬਟ ਜਿਹੜੇ ਇੰਡੀਅਨ ਨੈਸ਼ਨਲਸ ਹੈ ਹੁਣ ਉਹਨਾਂ ਨੂੰ ਇਨਰ ਲਾਈਨ ਪਰਮਿਟ ਦੀ ਜ਼ਰੂਰਤ ਨਹੀਂ ਪਏਗੀ, ਠੀਕ ਹੈ। ਦੈਨ ਗਵਰਨਮੈਂਟ ਆਫ ਇੰਡੀਆ ਨੇ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਲਦਾਖ ਦੇ ਵਿੱਚ। ਇਸ ਦੇ ਨਾਲ ਜਿੰਨਾ ਵੀ ਲਦਾਖ ਦਾ ਯੂਥ ਹੈ ਉਸ ਨੂੰ ਫਿਰ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਨ ਦੇ ਵਿੱਚ ਨਾ ਹੈਲਪ ਮਿਲ ਸਕੇਗੀ, ਠੀਕ ਹੈ। ਨੈਕਸਟ ਕੁਐਸਚਨ ਹੈ, which film has been selected to be screened at IFFI 2021? ਤਾਂ ਇਹ ਉਹੀ IFFI ਹੈ ਯਾਨੀ ਕਿ ਇੰਟਰਨੈਸ਼ਨਲ ਫਿਲਮ ਫੈਸਟੀਵਲ, ਰਾਈਟ, ਜਿਹੜਾ ਕਿ ਗੋਆ ਦੇ ਵਿੱਚ ਮਨਾਇਆ ਗਿਆ ਹੈ ਨਾ। ਇਸ ਦੇ ਵਿੱਚ ਹੀ ਤਮਿਲ ਫਿਲਮ ਹੈਗੀ ਹੈ, ਨਾਮ ਹੈ ਜੀ ਕੁਝਾਂਗਲ, ਠੀਕ ਹੈ, ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਦਿਖ ਰਹੀ ਹੈ। ਕੁਝਾਂਗਲ ਨੂੰ ਹੀ 52nd ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਲਈ ਜੋ ਇੱਥੇ ਸਕਰੀਨ ਕਰਨ ਦੇ ਲਈ ਨਾ ਸਿਲੈਕਟ ਕੀਤਾ ਗਿਆ, ਰਾਈਟ। ਔਰ ਇਹ ਮੂਵੀ ਸਾਡੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਬਿਕਾਜ਼ ਐਸੀ ਮੂਵੀਜ਼ ਨੂੰ ਹੀ ਨਾ ਆਸਕਰਸ ਦੇ ਲਈ ਵੀ ਆਫੀਸ਼ੀਅਲ ਐਂਟਰੀ ਦਿੱਤੀ ਗਈ ਹੈ ਇੰਡੀਆ ਵਾਲੀ ਸਾਈਡ ਤੋਂ, ਠੀਕ ਹੈ। ਔਰ ਇਹਦੇ ਵਿੱਚ ਦਿਖਾਈ ਕਿਹਦੀ ਸਟੋਰੀ ਹੈ? ਇਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਸ਼ਰਾਬ ਪੀਣ ਵਾਲਾ ਅਬਿਊਜ਼ਿਵ ਹਸਬੈਂਡ ਹੈ, ਰਾਈਟ। ਔਰ ਉਹਦੀ ਵਾਈਫ ਜੋ ਹੈ, ਇਹਨਾਂ ਦੋਨਾਂ ਦੇ ਰਿਲੇਸ਼ਨਸ਼ਿਪ ਨੂੰ ਦਿਖਾਇਆ ਗਿਆ। ਔਰ ਇਹ ਸਟੋਰੀ ਇੱਕ ਬੱਚੇ ਦੇ ਪੁਆਇੰਟ ਆਫ ਵਿਊ ਦੇ ਨਾਲ ਦਿਖਾਈ ਗਈ ਹੈ, ਠੀਕ ਹੈ, ਕਿ ਉਹਨਾਂ ਦਾ ਬੱਚਾ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਹੈ, ਰਾਈਟ। ਐਸੇ ਪੁਆਇੰਟ ਆਫ ਵਿਊ ਦੇ ਲਈ ਇਸ ਨੂੰ ਚੁਣਿਆ ਗਿਆ ਹੈਗਾ ਆ ਆਸਕਰਸ ਦੇ ਲਈ। ਔਰ ਇਹ ਜੋ IFFA ਹੈ ਇਹ ਹੁਣ ਚੱਲ ਰਿਹਾ ਹੈ 20 ਤੋਂ ਲੈ ਕੇ 28 ਨਵੰਬਰ ਤੱਕ ਗੋਆ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ, ਰਾਈਟ। ਨੈਕਸਟ ਕੁਐਸਚਨ ਹੈ, ਇੰਡੀਆ ਹੈਜ਼ ਸਕਸੈਸਫੁਲੀ ਲਾਂਚ ਦ 41st ਐਕਸਪੀਡੀਸ਼ਨ ਟੂ ਡੈਸ਼ ਰੀਸੈਂਟਲੀ। ਤਾਂ ਇੰਡੀਆ ਨੇ ਹੇਠਾਂ ਦਿੱਤੇ 4 ਥਾਵਾਂ ਦੇ ਵਿੱਚੋਂ ਕਿੱਥੇ ਹੁਣੇ 41ਵੀਂ ਐਕਸਪੀਡੀਸ਼ਨ ਕੀਤੀ ਹੈ? ਤਾਂ ਯਾਦ ਰੱਖੋਗੇ ਅੰਟਾਰਕਟਿਕਾ ਦੇ ਵਿੱਚ, ਠੀਕ ਹੈ। ਔਰ ਇਹ ਕੀਰਤੀਮਾਨ ਇੰਡੀਆ ਨੇ 15 ਨਵੰਬਰ ਨੂੰ ਹੀ ਅਚੀਵ ਕੀਤਾ ਹੈ। ਇਹਦੇ ਵਿੱਚ ਨਾ 23 ਸਾਇੰਟਿਸਟ ਸੀਗੇ ਜਿਨ੍ਹਾਂ ਦਾ ਪਹਿਲਾ ਕੰਟਿੰਜੈਂਟ ਇੰਡੀਆ ਦੇ ਐਸ ਸਟੇਸ਼ਨ ਦੇ ਉੱਪਰ ਗਿਆ, ਠੀਕ ਹੈ। ਸਟੇਸ਼ਨ ਦਾ ਨਾਮ ਕੀ ਹੈ ਜੀ? ਮੈਤਰੀ, ਠੀਕ ਹੈ। ਮੈਤਰੀ ਦੇ ਉੱਪਰ ਪਹੁੰਚਿਆ ਹੁਣੇ ਜਨਵਰੀ 2022 ਤੱਕ ਨਾ 4 ਹੋਰ ਬੈਚਿਸ ਹੈ ਜਿਨ੍ਹਾਂ ਨੂੰ ਕਿ ਭੇਜਿਆ ਜਾਊਗਾ, ਓਕੇ। ਐਂਡ 1981 ਦੇ ਵਿੱਚ ਇੰਡੀਆ ਦਾ ਜੋ ਅੰਟਾਰਕਟਿਕ ਪ੍ਰੋਗਰਾਮ ਹੈ ਇਹਨੂੰ ਸਟਾਰਟ ਕੀਤਾ ਗਿਆ ਸੀ। ਹੁਣ ਤੱਕ 40 ਐਕਸਪੀਡੀਸ਼ਨ ਹੋ ਚੁੱਕੀਆਂ ਔਰ ਇਹ ਵਾਲੀ ਐਕਸਪੀਡੀਸ਼ਨ 41st ਰਹੂਗੀ। ਇੱਥੇ ਤੁਹਾਨੂੰ ਪਹਿਲੀ ਐਕਸਪੀਡੀਸ਼ਨ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਪਹਿਲੀ ਵਾਰੀ 48 ਮੈਂਬਰਸ ਗਏ ਸੀਗੇ।
ਜਿਸ ਦੇ ਹੈੱਡ ਕੌਣ ਸੀਗੇ, ਬਹੁਤ ਜ਼ਿਆਦਾ ਇੰਪੋਰਟੈਂਟ ਹੋਊਗਾ, ਡਾਕਟਰ ਸ਼ੈਲੇਂਦਰ ਸੈਣੀ। ਠੀਕ ਹੈ, ਇਹਨਾਂ ਨੇ ਇਸ ਟੀਮ ਨੂੰ ਲੀਡ ਕੀਤਾ ਸੀ, ਆਲਰਾਈਟ, ਜਦੋਂ ਪਹਿਲੀ ਐਕਸਪੈਡੀਸ਼ਨ ਕੀਤੀ ਗਈ ਸੀ। ਯੈਸ, 13th ਕੁਐਸਚਨ, ਵਿਚ ਕੰਪਨੀ ਹੈਜ਼ ਬਿਕਮ ਫਸਟ ਇੰਡੀਅਨ 2-wheeler and 3-wheeler ਮੇਕਰ ਕੰਪਨੀ, ਓਕੇ, ਟੂ ਜੁਆਇਨ ਯੂਨਾਈਟਿਡ ਨੇਸ਼ਨ ਗਲੋਬਲ ਕੰਪੈਕਟ। ਤਾਂ ਭਾਰਤ ਦੀ ਪਹਿਲੀ ਐਦਾਂ ਦੀ ਕੰਪਨੀ ਕਿਹੜੀ ਬਣੀ ਜਿਸ ਨੇ ਯੂਨਾਈਟਿਡ ਨੇਸ਼ਨ ਦੇ ਗਲੋਬਲ ਕੰਪੈਕਟ ਨੂੰ ਜੁਆਇਨ ਕੀਤਾ ਹੈ? ਪਹਿਲੀ ਬਣੀ ਹੈ ਤਾਂ ਓਬਵੀਅਸਲੀ ਇੰਪੋਰਟੈਂਟ ਰਹੂਗੀ, ਇਹ ਹੈ ਜੀ TVS ਮੋਟਰ, ਓਕੇ। ਤਾਂ ਯੂਨਾਈਟਿਡ ਨੇਸ਼ਨ ਦਾ ਜੋ ਗਲੋਬਲ ਕੰਪੈਕਟ ਹੈ ਨਾ, ਇਹ ਪੂਰੇ ਵਰਲਡ ਦਾ ਲਾਰਜੈਸਟ ਜੋ ਕਾਰਪੋਰੇਟ ਸਸਟੇਨੇਬਿਲਿਟੀ ਇਨੀਸ਼ੀਏਟਿਵ ਹੈ, ਰਾਈਟ। ਔਰ TVS ਨੇ ਇਹਨੂੰ ਜੁਆਇਨ ਕੀਤਾ ਹੈ ਔਰ ਪਹਿਲੀ ਐਦਾਂ ਦੀ 2 and 3-wheeler ਇੰਡੀਅਨ ਕੰਪਨੀ ਬਣ ਗਈ ਹੈ, ਓਕੇ। TVS ਹੁਣ ਕੀ ਕਰੇਗਾ? TVS ਨਾ ਹੁਣ ਯੂਨਾਈਟਿਡ ਨੇਸ਼ਨ ਦੇ ਜੋ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈਗੇ ਆ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣੇ ਦੱਸਿਆ ਸੀ 17 ਹੈਗੇ ਨੇ, ਰਾਈਟ, ਜਿਨ੍ਹਾਂ ਨੂੰ 2030 ਤੱਕ ਅਚੀਵ ਕਰਨਾ ਬੋਲਿਆ ਗਿਆ ਹੈ ਨਾ, ਇਹਨਾਂ ਨੂੰ ਹੀ ਅਚੀਵ ਕਰਨ ਦੇ ਲਈ ਹੁਣ TVS ਮੋਟਰਸ ਕੰਮ ਕਰੇਗੀ, ਓਕੇ। ਤੇ ਜੇ ਤੁਸੀਂ ਗੱਲ ਕਰੋਗੇ ਯੂਨਾਈਟਿਡ ਨੇਸ਼ਨ ਦੀ, ਤਾਂ ਇਸ ਦਾ ਜੋ ਤੁਹਾਨੂੰ ਹੈੱਡਕੁਆਟਰ ਮਿਲੇਗਾ ਕਿਸ ਦਾ? ਯੂਨਾਈਟਿਡ ਨੇਸ਼ਨ ਗਲੋਬਲ ਕੰਪੈਕਟ ਦਾ। ਤਾਂ ਇਹ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ, US 'ਚ, ਰਾਈਟ। ਔਰ ਇਹਦੇ ਐਗਜ਼ੀਕਿਊਟਿਵ ਡਾਇਰੈਕਟਰ ਐਂਡ CEO, ਉਹਨਾਂ ਦਾ ਨਾਮ ਕੀ ਹੈ? ਸੈਂਦਾ ਓਜ਼ੀਐਂਬੋ, ਰਾਈਟ, ਓਕੇ। ਨੈਕਸਟ ਕੁਐਸਚਨ, which railway station has been renamed as ਰਾਣੀ ਕਮਲਾਪਤੀ ਆਣਾ ਸੀ, ਸੌਰੀ, ਠੀਕ ਹੈ, ਰਾਣੀ ਕਮਲਾਪਤੀ ਸਟੇਸ਼ਨ, ਆਲਰਾਈਟ। ਤਾਂ ਇਹ ਸਟੇਸ਼ਨ ਹੋ ਜਾਏਗਾ ਹਬੀਬਗੰਜ ਰੇਲਵੇ ਸਟੇਸ਼ਨ, ਰਾਈਟ। ਔਰ ਇਹ ਹੈਗਾ ਕਿੱਥੇ ਜੀ? ਤੁਹਾਡੇ ਕੋਲੋਂ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕਿ ਹਬੀਬਗੰਜ ਰੇਲਵੇ ਸਟੇਸ਼ਨ ਕਿੱਥੇ ਹੈ? ਤਾਂ ਯਾਦ ਰੱਖੋਗੇ ਭੋਪਾਲ MP ਦੇ ਵਿੱਚ ਇਸ ਦੀ ਲੋਕੇਸ਼ਨ ਹੈ, ਰਾਈਟ। ਔਰ ਇਹਨੂੰ 18th ਸੈਂਚੁਰੀ ਦੀ ਜੋ ਭੋਪਾਲ ਦੀ ਗੌਂਡ ਕੁਈਨ ਸੀ, ਠੀਕ ਹੈ, ਗੌਂਡ ਕੁਈਨ, ਨਾਮ ਕੀ ਹੈ? ਰਾਣੀ ਕਮਲਾਪਤੀ। ਇਸ ਦੇ ਨਾਮ ਦੇ ਉੱਪਰ ਹੀ ਇਹਨੂੰ ਰੀਨੇਮ ਕੀਤਾ ਜਾ ਰਿਹਾ, ਰਾਈਟ। ਔਰ ਰਾਣੀ ਕਮਲਾਪਤੀ ਜੋ ਹੈ ਇਹ ਨਾ ਭੋਪਾਲ ਦੀ ਲਾਸਟ ਹਿੰਦੂ ਕੁਈਨ ਸੀ, ਆਲਰਾਈਟ। ਐਂਡ ਇਸ ਸਟੇਸ਼ਨ ਨੂੰ ਹੋਰ ਵੀ ਜ਼ਿਆਦਾ ਅੱਛੀ ਤਰ੍ਹਾਂ ਡਿਵੈਲਪ ਕੀਤਾ ਜਾਏਗਾ। ਬੋਲਿਆ ਜਾ ਰਿਹਾ ਹੈ ਕਿ ਇੱਥੇ 에ਅਰਪੋਰਟ ਵਰਗੀਆਂ ਤੁਹਾਨੂੰ ਸਾਰੀਆਂ ਐਮਿਨਿਟੀਜ਼ ਮਿਲਣਗੀਆਂ ਔਰ ਇਹਨੂੰ ਰੀਡਿਵੈਲਪ ਕੀਤਾ ਜਾ ਰਿਹਾ, ਰਾਈਟ, ਓਕੇ। ਦੈਟ ਇਜ਼ ਆਲ ਫॉर ਟੁਡੇ। ਸਾਰੇ ਕੁਐਸਚਨ ਅੱਜ ਦੇ ਅਸੀਂ ਕਰ ਲਏ, ਜਿਸ ਦੇ ਵਿੱਚ ਅਸੀਂ ਵੀਕਲੀ ਕਰੰਟ ਅਫੇਅਰ ਨੂੰ ਕਵਰ ਕੀਤਾ ਹੈ। ਐਂਡ ਆਈ ਵਿਲ ਟਰਾਈ ਕਿ ਕੱਲ ਜਾਂ ਪਰਸੋਂ ਤੱਕ ਤੁਹਾਨੂੰ ਹਿਸਟਰੀ ਦਾ ਇੱਕ ਲੰਬਾ ਲੈਕਚਰ ਮਿਲ ਜਾਏ, ਸੋ ਦੈਟ ਕਿ ਸਾਡਾ ਜੋ ਇਹ ਕ੍ਰੈਸ਼ ਕੋਰਸ ਹੈ ਨਾ, ਇਹਨੂੰ ਅਸੀਂ ਜਲਦੀ ਕੰਪਲੀਟ ਕਰਕੇ ਐਂਡ ਨੈਕਸਟ ਸਬਜੈਕਟ ਪੋਲਿਟੀ ਨੂੰ ਸਟਾਰਟ ਕਰ ਸਕੀਏ, ਠੀਕ ਹੈ, ਓਕੇ। ਥੈਂਕ ਯੂ ਸੋ ਮਚ।